ਸਟਾਰ ਟਾਕ ਵਿੱਚ ਤੁਹਾਡਾ ਸਵਾਗਤ ਹੈ ਜੀ। ਮੈਂ ਸਿਮਰਤ ਗਰੇਵਾਲ, ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਸਟਾਰ ਟਾਕ ਦਾ ਇੱਕ ਨਵਾਂ ਐਪੀਸੋਡ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ ਜੀ। ਜਿਵੇਂ ਕਿ ਤੁਹਾਨੂੰ ਪਤਾ ਹੀ ਆ, ਸਟਾਰ ਟਾਕ ਦੇ ਵਿੱਚ ਅਸੀਂ ਕਰੰਟ ਮੁੱਦਿਆਂ ਦੇ ਉੱਤੇ ਗੱਲ ਕਰਦੇ ਹਾਂ, ਕੀ ਆਪਣੇ ਆਲੇ ਦੁਆਲੇ ਵਾਪਰਿਆ ਉਹਦੇ ਬਾਰੇ ਗੱਲ ਕਰਦੇ ਹਾਂ। ਅਤੇ ਹਮੇਸ਼ਾ ਹੀ ਆਪਣੇ ਆਲੇ ਦੁਆਲੇ ਕੁਝ ਨਾ ਕੁਝ ਵਾਪਰਦਾ ਰਹਿੰਦਾ ਹੈ, ਅਤੇ ਖਾਸ ਕਰਕੇ ਜਿਨ੍ਹਾਂ ਦੇ ਨਾਲ ਆਮ ਲੋਕਾਂ ਦੀ ਆਪਣੀ ਜ਼ਿੰਦਗੀ ਨੂੰ ਕੋਈ ਪ੍ਰਭਾਵ ਪੈਂਦਾ ਹੈ, ਪ੍ਰਭਾਵਿਤ ਹੁੰਦੀ ਹੈ ਆਪਣੀ ਜ਼ਿੰਦਗੀ, ਉਹਦੇ ਬਾਰੇ ਅਸੀਂ ਜ਼ਰੂਰ ਗੱਲ ਕਰਨੀ ਚਾਹੁੰਦੇ ਹਾਂ। ਸੋ ਇਹਨਾਂ ਦਿਨਾਂ ਦੇ ਵਿੱਚ ਇੱਕ ਦੋ ਮੁੱਦੇ ਬੜੇ ਭਖਵੇਂ ਨੇ। ਇੱਕ ਤਾਂ ਕਿਉਂਕਿ ਇਲੈਕਸ਼ਨ ਦਾ ਸਮਾਂ ਹੈ, ਕੈਨੇਡਾ ਵਿੱਚ ਚੋਣ ਪ੍ਰਚਾਰ ਲਗਾਤਾਰ ਚੱਲ ਰਿਹਾ ਹੈ, ਬੜਾ ਉਚਾਈਆਂ 'ਤੇ ਹੈ ਚੋਣ ਪ੍ਰਚਾਰ। ਅਖੀਰਲਾ ਹਫ਼ਤਾ ਰਹਿ ਗਿਆ, 20 ਸਤੰਬਰ ਨੂੰ ਵੋਟਾਂ ਪੈਣੀਆਂ ਨੇ। ਅਤੇ ਦੂਸਰਾ ਇਹਦੇ ਨਾਲ ਹੀ ਇੱਕ ਬੜਾ ਅਹਿਮ ਮੁੱਦਾ ਜਿਹੜਾ ਚੱਲ ਰਿਹਾ ਹੈ, ਉਹ ਹੈ ਐਂਟੀ ਵੈਕਸੀਨੇਸ਼ਨ ਪ੍ਰੋਟੈਸਟ। ਲੋਕ ਬੜਾ ਵਿਰੋਧ ਕਰ ਰਹੇ ਨੇ ਵੱਖ-ਵੱਖ ਜਿਹੜੇ ਸ਼ਹਿਰਾਂ ਦੇ ਵਿੱਚ। ਹੁਣ ਤਾਂ ਜਿਹੜੀ ਇਹ ਸੰਸਥਾ ਜਿਹੜੀ ਪ੍ਰੋਟੈਸਟ ਕਰ ਰਹੀ ਹੈ, ਉਹਨਾਂ ਨੇ ਕਿਹਾ ਤਾਂ ਵੀ ਕੈਨੇਡਾ ਵਾਈਡ ਅਸੀਂ ਹਸਪਤਾਲਾਂ ਦੇ ਸਾਹਮਣੇ ਪ੍ਰੋਟੈਸਟ ਕਰਨੇ ਨੇ। ਸੋ ਇਹਨਾਂ ਦੋ ਮੁੱਦਿਆਂ 'ਤੇ ਅੱਜ ਗੱਲ ਕਰਾਂਗੇ। ਤੋਂ ਮੇਰੇ ਨਾਲ ਅੱਜ ਸਟੂਡੀਓ ਵਿੱਚ ਹਾਜ਼ਰ ਨੇ ਹਰਕੀਰਤ ਜੀ, ਉਹਨਾਂ ਦੇ ਨਾਲ ਚਰਚਾ ਕਰਾਂਗੇ, ਉਹਨਾਂ ਦੇ ਵਿਚਾਰ ਲਵਾਂਗੇ ਇਹਨਾਂ ਦੋਹਾਂ ਮੁੱਦਿਆਂ 'ਤੇ। ਹਰਕੀਰਤ ਜੀ, ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਸਿਮਰਤ ਜੀ। ਅੱਛਾ ਹਰਕੀਰਤ ਜੀ, ਆਪਾਂ ਇੱਥੋਂ ਸ਼ੁਰੂ ਕਰਦੇ ਹਾਂ। ਜਿਹੜਾ ਐਂਟੀ ਵੈਕਸੀਨੇਸ਼ਨ ਪ੍ਰੋਟੈਸਟ ਹੋ ਰਹੇ ਨੇ, ਜਿਹੜੀਆਂ ਖਬਰਾਂ ਜਿਹੜੀਆਂ ਤਾਜ਼ਾ ਨੇ, ਉਹਨਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਵੀ ਜਿਹੜੀ ਫਰੰਟ ਲਾਈਨ ਕੋਈ ਸੰਸਥਾ ਹੈ, ਉਹਦੇ ਵੱਲੋਂ ਇਹ ਕਿਹਾ ਜਾ ਰਿਹਾ ਵੀ ਹੁਣ ਜਿਹੜੇ ਕੈਨੇਡਾ ਵਾਈਡ ਹਸਪਤਾਲ ਨੇ, ਉਹਨਾਂ ਦੇ ਮੂਹਰੇ ਅਸੀਂ ਪ੍ਰੋਟੈਸਟ ਕਰਾਂਗੇ। ਪਿਛਲੇ ਕੁਝ ਸਮੇਂ ਤੋਂ ਲਗਾਤਾਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਛੋਟੇ ਮੋਟੇ ਪ੍ਰੋਟੈਸਟ ਹੁੰਦੇ ਰਹੇ ਨੇ, ਅਤੇ ਇਲੈਕਸ਼ਨ ਦੇ ਦੌਰਾਨ ਵੀ ਜਿੱਥੇ-ਜਿੱਥੇ ਜਸਟਿਨ ਟਰੂਡੋ ਗਏ ਨੇ, ਉਹਨਾਂ ਦੀਆਂ ਰੈਲੀਜ਼ ਦੇ ਬਾਹਰ ਵੀ ਜਿਹੜੇ ਐਂਟੀ ਵੈਕਸ ਪ੍ਰੋਟੈਸਟ ਹੁੰਦੇ ਰਹੇ ਨੇ। ਸਭ ਤੋਂ ਪਹਿਲਾਂ ਤਾਂ ਤੁਸੀਂ ਇਹਦੇ ਬਾਰੇ ਦੱਸੋ ਵੀ ਕੀ ਇਹ ਜਾਇਜ਼ ਹੈ, ਕਿਉਂਕਿ ਬਹੁਤੇ ਦੇਸ਼ਾਂ ਦੇ ਵਿੱਚ ਜਾਂ ਜਿਹੜੀਆਂ ਸਰਕਾਰਾਂ ਨੇ ਕਹਿ ਰਹੀਆਂ ਨੇ ਤੁਸੀਂ ਵੈਕਸੀਨੇਸ਼ਨ ਲਵਾਓ, ਲਗਾਤਾਰ ਨਵੇਂ ਵੇਰੀਐਂਟ ਆ ਰਹੇ ਨੇ ਅਤੇ ਵੈਕਸੀਨੇਸ਼ਨ ਬੜੀ ਜ਼ਰੂਰੀ ਹੈ। ਅਤੇ ਕੁਝ ਇੱਕ ਗਰੁੱਪ ਨੇ ਜਾਂ ਇੱਕ ਕਹਿ ਲਓ ਥੋੜ੍ਹੇ ਗਿਣਤੀ ਦੇ ਲੋਕ ਨੇ ਜਿਹੜੇ ਕਹਿ ਰਹੇ ਨੇ ਨਹੀਂ ਜੀ ਅਸੀਂ ਵੈਕਸੀਨੇਸ਼ਨ ਨਹੀਂ ਲਵਾਉਣੀ, ਅਤੇ ਉਹ ਇਸ ਤਰ੍ਹਾਂ ਦੇ ਪ੍ਰੋਟੈਸਟ ਕਰ ਰਹੇ ਨੇ। ਸਿਮਰਤ ਜੀ, ਸਭ ਤੋਂ ਪਹਿਲਾਂ ਤਾਂ ਮੈਂ ਜਿਵੇਂ ਹਮੇਸ਼ਾ ਹੀ ਤਰ੍ਹਾਂ ਇੱਕ ਗੱਲ ਆਪਣੇ ਦਰਸ਼ਕਾਂ ਨੂੰ ਗੱਲ ਕਰਨੀ ਚਾਹੁੰਦਾ ਜੀ ਕਿ ਆਪਾਂ ਜੋ ਪਿੱਛੇ ਝਾਤ ਮਾਰੀਏ ਲੌਂਗ ਇਹਦੀ ਹਿਸਟਰੀ ਦਾ, ਮੈਂ ਥੋੜ੍ਹਾ ਜਿਹਾ ਦੇਖਿਆ ਕਿ ਇੱਕ ਜਦ ਵੀ ਕੋਈ ਨਵੀਂ ਚੀਜ਼ ਹੁੰਦੀ ਹੈ, ਸਭ ਤੋਂ ਪਹਿਲਾਂ ਇੱਕ ਇਨਸਾਨੀ ਫਿਤਰਤ ਹੈ। ਆਪਾਂ ਚੇਂਜ ਨੂੰ ਐਕਸੈਪਟ ਕਰਨ 'ਚ ਬਹੁਤ ਟਾਈਮ ਲਾਉਂਦੇ ਹਾਂ, ਜਾਂ ਐਕਸੈਪਟ ਕਰਨਾ ਨਹੀਂ ਚਾਹੁੰਦੇ ਹੈਗੇ, ਜਾਂ ਆਪਾਂ ਜਿਹੜੀਆਂ ਬੇਸਿਕ ਪ੍ਰੈਕਟੀਕੈਲਿਟੀ ਨੂੰ ਦੂਰ ਭੱਜਣਾ ਚਾਹੁੰਦੇ ਹਾਂ। ਸੋ ਇਹ ਜਦ ਵੀ ਕਦੇ ਵੈਕਸੀਨਸ ਆਏ ਨੇ ਤਾਂ ਉਹਦੇ ਇਹ ਪ੍ਰੋਟੈਸਟ ਹੁੰਦੇ ਰਹੇ ਨੇ। 1700s ਦੇ ਵਿੱਚ ਜਦ DTP ਆਇਆ, ਉਸ ਤੋਂ ਬਾਅਦ 1800 ਦੇ ਵਿੱਚ ਜਦ ਵੀ ਨਵੇਂ ਵੈਕਸੀਨਸ ਆਏ, ਸਮਾਲ ਪੌਕਸ ਦਾ ਆਇਆ, ਚਿਕਨ ਪੌਕਸ ਦਾ ਆਇਆ, ਤਾਂ ਉਹ ਕਾਊ ਬਲਿਸਟਰ ਹੋਇਆ ਕਰਦਾ ਸੀ, ਅਤੇ ਉਹਦੇ ਵਾਸਤੇ ਵੀ ਲੋਕਾਂ ਨੇ ਪ੍ਰੋਟੈਸਟ ਕੀਤੇ ਔਰ ਕਿਹਾ ਕਿ ਨਹੀਂ ਜੀ ਅਸੀਂ ਵੈਕਸੀਨੇਸ਼ਨ ਨਹੀਂ ਕਰਾਉਣੀ ਹੈਗੀ ਹੈ। ਸੋ ਇਹਦੇ ਕੁਝ ਜਿਹੜੇ ਮੇਨ ਰੀਜ਼ਨਸ ਨੇ ਕਿਉਂ ਲੋਕ ਪ੍ਰੋਟੈਸਟ ਕਰ ਰਹੇ ਨੇ, ਉਹ ਇੱਕ ਹੈ ਕਿ ਸਭ ਤੋਂ ਪਹਿਲਾਂ ਤਾਂ ਇਹ ਉਹ ਲੋਕ ਸੋਚਦੇ ਨੇ ਕਿ ਇਹਦਾ ਕੋਈ ਫਾਇਦਾ ਨਹੀਂ ਹੈ, ਪਰ ਉਹਦੀਆਂ ਆਪਣੀਆਂ ਜਿਹੜਾ ਮਿਸਟਰਸਟ ਨੇ ਫਾਰਮਾਸਿਊਟੀਕਲ ਕੰਪਨੀਜ਼ ਦੇ ਉੱਪਰ, ਉਹ ਵੀ ਜੋ ਲੇਟੈਸਟ ਆਪਾਂ ਗੱਲ ਕਰੀਏ ਉਹਦੇ ਵਾਸਤੇ। ਤੀਸਰਾ ਗੱਲ ਹੈ ਕਿ ਉਹ ਕੁਝ ਰਿਲੀਜੀਅਸ ਉਹਨਾਂ ਦੇ ਆਪਣੇ ਵਿਚਾਰਧਾਰਾ ਹੁੰਦੀ ਹੈ ਕਿ ਜਿਹਦੇ ਵਿੱਚ ਉਹ ਕਹਿੰਦੇ ਵੀ ਨਹੀਂ, ਅਕੋਰਡਿੰਗ ਟੂ ਸਰਟਨ ਰਿਲੀਜਨਸ ਅਸੀਂ ਨਹੀਂ ਇਹ ਵੈਕਸੀਨੇਸ਼ਨ ਕਰਵਾਉਣੀ ਹੈਗੀ ਹੈ। ਬਟ ਹੁਣ ਮੋਸਟ ਆਫ ਦਾ ਜਿਹੜੇ ਰਿਲੀਜਨ ਬੇਸਿਸ ਹੈਗੇ ਨੇ ਉਹ ਇਸ ਟਾਈਮ ਨਹੀਂ ਹੈਗੇ। ਲੇਕਿਨ ਕੁਝ ਮਿਸਕਨਸੈਪਸ਼ਨ ਇੱਦਾਂ ਹੁੰਦੀਆਂ ਨੇ ਕਿ ਕੁਝ ਸ਼ਾਇਦ ਉਹਨਾਂ ਨੂੰ ਐਲਰਜੀ ਹੋਵੇ, ਜਾਂ ਜਿਵੇਂ ਆਟਿਜ਼ਮ ਬਾਰੇ ਲੋਕ ਕਹਿੰਦੇ ਨੇ ਵੀ ਇੱਦਾਂ ਦੀ ਕੋਈ ਚੀਜ਼ ਹੋ ਜਾਂਦੀ ਹੈ, ਜਾਂ ਹੋਰ ਕਈ ਉਹਨਾਂ ਦੀਆਂ ਆਪਣੇ ਪਰਸਨਲ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਜਿਹਦੇ ਉਹਨਾਂ ਨੂੰ ਐਂ ਲੱਗਦਾ ਕਿ ਇਹ ਚੀਜ਼ ਸਾਨੂੰ ਨਹੀਂ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਹੈ। ਪਰ ਇੱਕ ਗੱਲ ਸੋਚਣ ਵਾਲੀ ਗੱਲ ਹੈ ਕਿ 80% ਆਫ ਦਾ ਪਾਪੂਲੇਸ਼ਨ ਜਿਹੜੀ ਹੈ ਆਲਰੇਡੀ ਸਾਡੀ ਵੈਕਸੀਨੇਸ਼ਨ ਲਵਾ ਚੁੱਕੀ ਔਰ ਹੋ ਚੁੱਕੇ ਨੇ। ਐਂਡ ਕੈਨੇਡਾ ਇਜ਼ ਵਨ ਆਫ ਦਾ ਮੋਸਟ ਵੈਕਸੀਨੇਟਡ ਨੇਸ਼ਨਸ ਇਨ ਦਾ ਵਰਲਡ। ਤੋ ਜਿਹੜੇ ਔਰ ਹੁਣ ਇਸ ਟਾਈਮ 'ਤੇ ਆ ਕੇ ਕੋਈ ਇਹ ਪ੍ਰੋਟੈਸਟ ਕਰਦਾ ਤਾਂ ਮੈਨੂੰ ਇਹ ਗੱਲ ਬੜੀ ਅਜੀਬ ਜਿਹੀ ਲੱਗਦੀ ਹੈ, ਕਿਉਂਕਿ ਜਦ ਜੇ ਇਹ ਪ੍ਰੋਟੈਸਟ ਹੋਣੇ ਸੀ ਤਾਂ ਜਦ ਸਟਾਰਟ ਹੋਇਆ ਸੀ ਵੈਕਸੀਨੇਸ਼ਨ, ਸ਼ਾਇਦ ਉਸ ਟਾਈਮ ਇਹ ਹੋਣੇ ਚਾਹੀਦੇ ਸੀ। ਲੇਕਿਨ ਇਸ ਟਾਈਮ ਦੇ ਉੱਪਰ ਆ ਕੇ ਜੇ ਇਹ ਵੈਕਸੀਨੇਸ਼ਨ ਦੇ ਪ੍ਰੋਟੈਸਟ ਹੋ ਰਹੇ ਨੇ ਅਗੇਂਸਟ ਵੈਕਸੀਨਸ, ਤਾਂ ਇਹ ਕਿਤੇ ਨਾ ਕਿਤੇ ਪੋਲੀਟੀਕਲ ਮੁੱਦਾ ਵੀ ਹੋ ਸਕਦਾ ਹੈ। ਮੈਂ ਉਹੀ ਤੁਹਾਨੂੰ ਪੁੱਛਣਾ ਚਾਹੁੰਦਾ ਸੀਗਾ ਵੀ ਦੇਖੋ ਸਾਰਾ ਪੈਂਡੈਮਿਕ ਲੰਘ ਗਿਆ, 1.5 ਸਾਲ ਹੋ ਗਿਆ, ਤਕਰੀਬਨ 1.5 ਸਾਲ ਤੋਂ ਉੱਪਰ ਹੋ ਗਿਆ, ਸਾਰਾ ਪੈਂਡੈਮਿਕ ਲੰਘ ਗਿਆ। ਇਸ ਸਾਲ ਦੇ ਸ਼ੁਰੂ ਦੇ ਵਿੱਚ ਵੀ ਆਪਾਂ ਨੂੰ ਕਿਤੇ ਨਹੀਂ ਨਜ਼ਰ ਆਇਆ ਵੀ ਕੋਈ ਐਂਟੀ ਵੈਕਸ ਪ੍ਰੋਟੈਸਟ ਹੋ ਰਿਹਾ। ਕਿਤੇ ਬਹੁਤ ਛੋਟੀਆਂ ਮੋਟੀਆਂ ਘਟਨਾਵਾਂ ਸੀ, ਨਾ ਮਾਤਰ ਜਿਹੜੀਆਂ ਕਿਤੇ ਅਣਗੌਲੀਆਂ ਜਿਹੀਆਂ। ਪਰ ਜਿਵੇਂ ਜਿਵੇਂ ਹੁਣ ਇਹ ਖਤਮ ਹੋ ਰਿਹਾ, ਲੋਕ ਲਗਾਤਾਰ ਵੈਕਸੀਨੇਸ਼ਨ ਲਵਾ ਰਹੇ ਨੇ, ਸੋ ਇਹ ਇੱਕਦਮ ਹੁਣ ਇਹ ਤੂਲ ਫੜਦੀ ਜਾ ਰਹੀ ਹੈ ਚੀਜ਼। ਖਾਸ ਕਰਕੇ ਹੁਣ ਇਲੈਕਸ਼ਨ ਦੇ ਸਮੇਂ ਦੇ ਵਿੱਚ ਤਾਂ ਬੜਾ ਜਿਹੜਾ ਵੱਧ ਗਿਆ ਕੰਮ। ਈਵਨ ਜਿਹੜੇ ਅੰਟਾਰੀਓ ਦੇ ਪ੍ਰੀਮੀਅਰ ਨੇ, ਉਹਨਾਂ ਨੇ ਅੱਜ ਜਿਹੜਾ ਬਿਆਨ ਦਿੱਤਾ, ਉਹਨਾਂ ਨੇ ਇਹਨਾਂ ਲੋਕਾਂ ਨੂੰ ਕਿਹਾ ਵੀ ਇਹ ਤਾਂ ਡਰਪੋਕ ਲੋਕ ਨੇ ਅਤੇ ਇਹ ਜਿਹੜੀ ਸੱਚਾਈ ਤੋਂ ਭੱਜ ਰਹੇ ਨੇ, ਇਹਨਾਂ ਨੂੰ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਹੀਂ ਕਰਨੀਆਂ ਚਾਹੀਦੀਆਂ। ਇਸੇ ਤਰ੍ਹਾਂ ਜਿਹੜੇ ਟੋਰਾਂਟੋ ਦੇ ਮੇਅਰ ਨੇ ਜੌਨ ਟੋਰੀ, ਉਹਨਾਂ ਨੇ ਵੀ ਇਸ ਨੂੰ ਗਲਤ ਕਿਹਾ ਹੈ। ਤਿੰਨੇ ਜਿਹੜੀਆਂ ਮੁੱਖ ਪਾਰਟੀਆਂ ਨੇ, NDP, ਲਿਬਰਲ ਅਤੇ ਕੰਜ਼ਰਵੇਟਿਵ, ਉਹਨਾਂ ਦੇ ਲੀਡਰਸ ਨੇ ਵੀ ਇਸ ਨੂੰ ਗਲਤ ਕਿਹਾ ਅਤੇ ਕਿਹਾ ਵੀ ਇਹ
ਇਹ ਜਿਹੜਾ ਹਸਪਤਾਲਾਂ ਦੇ ਸਾਹਮਣੇ ਅਗਰ ਪ੍ਰੋਟੈਸਟ ਕਰਦੇ ਨੇ ਤੇ ਇਹਨੂੰ ਜਿਹੜਾ ਗੈਰ ਕਾਨੂੰਨੀ ਕਰਾਰ ਦਿੱਤਾ ਜਾਵੇ ਤਾਂ ਪੁਲਿਸ ਉਹਨਾਂ ਨੂੰ ਅਰੈਸਟ ਵੀ ਕਰ ਸਕਦੀ ਹੈ। ਬਿਲਕੁਲ ਜੀ। ਪਰ ਉਹੀ ਗੱਲ ਹੈ ਵੀ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਇਹਨਾਂ ਦੇ ਪਿੱਛੇ ਕੋਈ ਇਸ ਤਰ੍ਹਾਂ ਦੀ ਸਿਆਸੀ ਕੋਈ ਧਾਰਨਾ ਲੱਗਦੀ ਹੈ? ਦੇਖੋ ਜੀ, ਮੈਂ ਤਾਂ ਇਹ ਗੱਲ ਕਹਿ ਰਿਹਾ ਕਿ ਟਾਈਮਿੰਗ ਦਾ ਮੇਨ ਮੁੱਦਾ ਹੈ, ਕਿਉਂਕਿ ਹੁਣ ਤੋਂ 1.5 ਸਾਲ ਹੋ ਗਿਆ, ਸਾਰਾ ਵੈਕਸੀਨੇਸ਼ਨ ਹੋ ਰਹੀ ਸੀ, ਪੈਂਡੇਮਿਕ ਚੱਲ ਰਿਹਾ ਸੀ, ਸਾਰਾ ਕੁਝ ਹੋ ਰਿਹਾ ਸੀ, ਕੋਈ ਇਦਾਂ ਦੀ ਆਵਾਜ਼ ਨਹੀਂ ਉੱਠੀ। ਹੁਣ ਜਿਹੜਾ ਇਲੈਕਸ਼ਨ ਦਾ ਟਾਈਮ ਆਇਆ ਹੈ ਉਹਦੇ ਵਿੱਚ ਜੇ ਆਵਾਜ਼ ਉੱਠ ਰਹੀ ਹੈ ਤਾਂ ਕਿਤੇ ਨਾ ਕਿਤੇ ਬੈਕ ਆਫ ਕਿਸੇ ਦੇ ਵੀ ਦਿਮਾਗ ਵਿੱਚ ਇਹ ਗੱਲ ਆ ਸਕਦੀ ਹੈਗੀ ਹੈ, ਕਿਉਂਕਿ ਐਡੀ ਵੱਡੀ ਗੱਲ ਨਹੀਂ ਹੈ। ਜੇ ਤੁਸੀਂ ਸਪੋਜ਼ ਕਰੋ, ਮੈਂ ਪਰਸਨਲ ਮੇਰਾ ਵਿਊ ਹੈ ਕਿ ਜੇ ਮੈਂ ਇਲੈਕਸ਼ਨ ਨਹੀਂ ਲਵਾਉਣਾ ਚਾਹੁੰਦਾ ਹੈਗਾ, ਇਟ ਇਜ਼ ਓਕੇ, ਮੈਂ ਨਹੀਂ ਲਵਾਵਾਂਗਾ। ਜੇ ਮੈਨੂੰ ਲੱਗਦਾ ਕਿ ਕੋਈ ਮੇਰੀ ਇਹੋ ਜਿਹੀ ਕੰਸੈਪਸ਼ਨ ਹੈਗੀ ਹੈ ਜਿੱਥੇ ਮੈਨੂੰ ਲੱਗਦਾ ਕਿ ਵੈਕਸੀਨੇਸ਼ਨ ਮੇਰੇ ਲਈ ਘਾਤਕ ਹੈ, ਮੇਰੇ ਬੱਚਿਆਂ ਲਈ ਉਹ ਠੀਕ ਨਹੀਂ ਹੈਗਾ, ਤਾਂ ਮੈਂ ਆਪਣੇ ਬੱਚਿਆਂ ਨੂੰ ਵੀ ਨਹੀਂ ਕਹਾਂਗਾ ਵੀ ਤੁਸੀਂ ਲਵਾਓ, ਆਪ ਖੁਦ ਵੀ ਨਹੀਂ ਲਾਵਾਂਗਾ। ਲੇਕਿਨ ਮੈਂ ਇਹ ਨਹੀਂ ਕਦੇ ਵੀ ਕਹਾਂਗਾ ਕਿ ਕਿਸੇ ਹੋਰ ਨੂੰ ਜਾ ਕੇ ਹਸਪੀਟਲ ਵੀ ਤੁਸੀਂ ਨਾ ਲਵਾਓ। ਉਹ ਤਾਂ ਇੱਕ ਬਹੁਤ ਹਾਸੋਹੀਣੀ ਗੱਲ ਹੋ ਜਾਂਦੀ ਹੈ ਕਿ ਤੁਸੀਂ ਹਸਪੀਟਲ ਦੇ ਬਾਹਰ ਖੜ ਕੇ ਗੱਲ ਕਹਿ ਰਹੇ ਹੋ ਕਿ ਨਾ ਤੁਸੀਂ ਨਾ ਲਵਾਓ, ਵੈਕਸੀਨੇਸ਼ਨ ਨਾ ਕਰਵਾਓ। ਨਾਲੇ ਉਦੋਂ ਜਦੋਂ 80% ਤੋਂ ਵੱਧ ਜਿਹੜੇ ਲੋਕ ਚਾਹੁੰਦੇ ਨੇ ਵੀ ਅਸੀਂ ਵੈਕਸੀਨ ਲਵਾ ਲਈਏ, ਜੋ ਹੋ ਚੁੱਕੇ ਨੇ, ਸੋ ਜਿਹੜੀ ਨਾ ਲਵਾਉਣ ਵਾਲਿਆਂ ਦੀ ਗਿਣਤੀ ਤਾਂ ਮੇਰੇ ਖਿਆਲ ਬਹੁਤ ਘੱਟ ਹੈ। ਕੁਝ ਵੀ ਨਹੀਂ ਹੋਏਗੀ, ਪੁਆਇੰਟਸ ਵਿੱਚ ਹੋਏਗੀ ਉਹ। ਔਰ ਦੂਸਰੀ ਗੱਲ ਇਹ ਹੈ ਕਿ ਜੇ ਕੱਲ ਨੂੰ ਇਹ ਚੀਜ਼ ਕਿਸੇ ਨੂੰ ਪ੍ਰੋਬਲਮ ਆਂਦੀ ਹੈ, ਜਿਹੜੇ ਕਹਿੰਦੇ ਨੇ ਕਿ ਅਸੀਂ ਵੈਕਸੀਨੇਸ਼ਨ ਨਹੀਂ ਲਵਾਉਣਾ, ਕਿ ਉਹ ਜਾ ਕੇ ਹਸਪੀਟਲ ਵਿੱਚ ਨਹੀਂ ਜਾਣਗੇ, ਕਿ ਜਾ ਕੇ ਉੱਥੋਂ ਦਾ ਇਲਾਜ ਨਹੀਂ ਹੋਊਗਾ, ਜਾਂ ਤਾਂ ਉਹ ਕਹਿਣਗੇ ਕਿ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਹੈ, ਨਾ ਹੀ ਤਾਂ ਅਸੀਂ ਹਸਪੀਟਲ ਜਾਵਾਂਗੇ, ਹਸਪੀਟਲ ਕੋਈ ਇਲਾਜ ਨਾ ਕਰਾਓ ਸਾਡਾ। ਬਿਲਕੁਲ। ਸੋ ਅਲਟੀਮੇਟਲੀ ਉਹ ਲੋਕ ਵੀ ਤਾਂ ਇਨਫੈਕਟਡ ਹੋਣਗੇ ਨਾ। ਸੋ ਹਸਪੀਟਲ ਦੇ ਬਾਹਰ ਜਾ ਕੇ ਇਸ ਦਾ ਪ੍ਰਗਟਾਵਾ ਕਰਨਾ ਕਿ ਨਹੀਂ ਜੀ ਮੈਂ ਇਹਦਾ ਅਗੇਂਸਟ ਹਾਂ, ਦੈਟ ਇਜ਼ ਅ ਮੋਸਟ ਹਾਸੋਹੀਣੀ ਗੱਲ ਕਹੀਏ ਤਾਂ ਬਹੁਤ ਵਧੀਆ ਗੱਲ ਨਹੀਂ ਮੈਨੂੰ ਲੱਗ ਰਹੀ ਉਸ ਚੀਜ਼ ਦੀ। ਖਾਸ ਕਰਕੇ ਦੇਖੋ ਹਰਕੀਰਤ ਜੀ, ਜਿਹੜੇ ਫਰੰਟਲਾਈਨ ਵਰਕਰਸ ਨੇ, ਡਾਕਟਰਸ ਨੇ, ਨਰਸਿਸ ਨੇ, ਜਿਹੜਾ ਹੋਰ ਹਸਪਤਾਲਾਂ ਦਾ ਅਮਲਾ ਹੈ, ਉਹ ਆਪਣੀ ਜਾਨ ਜ਼ੋਖਿਮ ਦੇ ਵਿੱਚ ਪਾ ਕੇ ਇਸ ਸਾਰੇ ਸਮੇਂ ਦੌਰਾਨ ਕੰਮ ਕਰ ਰਿਹਾ। ਸੋ ਉਹਨਾਂ ਦੇ ਸਾਹਮਣੇ ਜਾ ਕੇ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰੋਗੇ, ਪ੍ਰੋਟੈਸਟ ਕਰੋਗੇ ਵੀ ਨਹੀਂ ਵੈਕਸੀਨੇਸ਼ਨ ਤਾਂ ਗਲਤ ਹੈ, ਠੀਕ ਨਹੀਂ ਗੀ, ਤੁਸੀਂ ਵੈਕਸੀਨੇਸ਼ਨ ਨਹੀਂ ਲਵਾਉਣੀ, ਸੋ ਉਹਨਾਂ ਦੇ ਵੀ ਤਾਂ ਹੌਸਲੇ ਪਸਤ ਕਰਨ ਵਾਲੀ ਗੱਲ ਹੈ। ਸਭ ਤੋਂ ਵੱਡੀ ਗੱਲ ਹੈ ਉਹ ਕਿ ਉਹਨਾਂ ਨੇ ਕਿੰਨੀ ਬਹਾਦਰੀ ਦੇ ਨਾਲ, ਉਹ ਬਰੇਵ ਨੇ ਕਿ ਉਹਨਾਂ ਨੇ ਆਪਣੇ ਬੱਚੇ ਦੇ ਪਰਵਾਹ ਨਾ ਕੀਤੀ, ਪਰਿਵਾਰ ਦੀ ਪਰਵਾਹ ਨਾ ਕਰਦੇ ਹੋਏ 12-12 15-15 ਘੰਟੇ ਦੀ ਉਹਨਾਂ ਨੇ ਜੌਬਸ ਜੋ ਕੀਤੀਆਂ ਨੇ, ਡਿਊਟੀਜ਼ ਲਾਈਆਂ ਨੇ। ਸੋ ਕਿੰਨੇ ਡਾਕਟਰਸ ਦੀ ਔਰ ਕਿੰਨੇ ਨਰਸਿਸ ਦੀ ਜਾਂ ਫਰੰਟਲਾਈਨ ਵਰਕਰਸ ਦੀ ਉਹਨਾਂ 'ਚ ਜਾਨ ਵੀ ਗਈ ਹੈ। ਬਿਲਕੁਲ। ਔਰ ਕਿੰਨੇ ਇਨਫੈਕਟਡ ਹੋ ਕੇ ਔਰ ਹੋਰ ਉਹਨਾਂ ਦੀ ਪ੍ਰੋਬਲਮਸ ਆਈਆਂ ਨੇ। ਸੋ ਇਹ ਆਪਾਂ ਸਾਰੀਆਂ ਪ੍ਰੋਬਲਮਸ ਉਹਨਾਂ ਨੂੰ ਐਪਰੀਸ਼ੀਏਟ ਕਰਨ ਦੀ ਬਜਾਏ ਆਪਾਂ ਉਹਨਾਂ ਦੇ ਖਿਲਾਫ ਜੇ ਆਪਾਂ ਦਿਖਾਵਾ ਕਰਾਂਗੇ, ਸੋ ਦੈਟ ਵਿਲ ਬੀ ਅ ਵੈਰੀ 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 ਨੈਗੇਟਿਵ ਇੰਪੈਕਟ ਔਨ ਦੇਅਰ ਮੋਰਲ। ਉਹਨਾਂ ਦੇ ਉਹ ਕੀ ਸੋਚਣਗੇ ਕਿ ਅਸੀਂ ਆਪਣੀ ਜਾਨ ਤੇ ਖੇਡ ਕੇ ਲੋਕਾਂ ਦੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਇਹ ਸਾਨੂੰ ਹੀ ਮਤਲਬ ਇਸ ਤਰ੍ਹਾਂ ਦੀ ਗੱਲ ਕਰ ਰਹੇ ਨੇ। ਸੋ ਦੈਟ ਇਜ਼ ਅ ਵੈਰੀ ਬੈਡ ਪਾਰਟ ਔਨ ਦੇਅਰ ਪਾਰਟ। ਨਾਲੇ ਗੱਲ ਹੋਰ ਹੈ, ਦੇਖੋ ਡੈਲਟਾ ਵੇਰੀਐਂਟ ਪਹਿਲਾਂ ਕਾਫੀ, ਹੁਣ ਉਹਦੀ ਚਰਚਾ ਹੋ ਰਹੀ ਹੈ। ਹੁਣ ਇੱਕ ਹੋਰ ਨਵਾਂ ਜਿਹੜਾ ਵੇਰੀਐਂਟ ਹੈ, ਮੋ ਵੇਰੀਐਂਟ, ਮੇਰੇ ਖਿਆਲ ਉਹਦੇ ਵੀ ਆਪਣੇ ਅੰਟਾਰੀਓ ਦੇ ਵਿੱਚ, ਖਾਸ ਕਰਕੇ ਜੇ ਆਪਾਂ ਪੀਲ ਖੇਤਰ ਦੀ ਗੱਲ ਕਰੀਏ ਜਿੱਥੋਂ ਆਪਾਂ ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ, ਉੱਥੇ ਵੀ 29-30 ਜਿਹੜੇ ਕੇਸ ਜਿਹੜੇ ਉਹਦੇ ਸਾਹਮਣੇ ਆਏ ਨੇ। ਸੋ ਜਿਹੜੇ ਲਗਾਤਾਰ ਅਲੱਗ-ਅਲੱਗ ਵੇਰੀਐਂਟ ਆ ਰਹੇ ਨੇ, ਸਰਕਾਰਾਂ ਜਾਂ ਜਿਹੜੇ ਮਾਹਰ ਨੇ ਸਿਹਤ ਸੇਵਾਵਾਂ ਦੇ, ਉਹ ਕਹਿ ਰਹੇ ਨੇ ਜੀ ਵੈਕਸੀਨੇਸ਼ਨ ਬਹੁਤ ਜ਼ਰੂਰੀ ਹੈ। ਈਵਨ ਹੁਣ ਤਾਂ ਜਿਹੜਾ ਤੀਸਰੀ ਬੂਸਟਰ ਡੋਜ਼ ਦੀ ਵੀ ਗੱਲ ਸ਼ੁਰੂ ਹੋ ਗਈ ਹੈ। ਮੋਡਰਨਾ, ਫਾਈਜ਼ਰ ਤੇ ਇੱਕ ਹੋਰ ਵੈਕਸੀਨ ਹੈ ਜਿਹੜੀ ਉਹਨਾਂ ਨੇ ਬੂਸਟਰ ਡੋਜ਼ ਦੀ ਗੱਲ ਕੀਤੀ ਹੈ ਵੀ ਹੁਣ ਬੂਸਟਰ ਡੋਜ਼ ਵੀ ਲੋਕਾਂ ਨੂੰ ਦੇਣੀ ਹੈ। ਸਰ ਜੀ, ਇੱਕ ਚੀਜ਼ ਮੈਂ ਤੁਹਾਨੂੰ ਗੱਲ ਕਰਨੀ ਚਾਹਾਂਗਾ, ਦਰਸ਼ਕਾਂ ਨੂੰ ਵੀ ਗੱਲ ਕਰਨੀ ਚਾਹਾਂਗਾ ਕਿ ਜਿਹੜੇ ਥਰਡ ਵਰਲਡ ਕੰਟਰੀ ਨੇ ਹੋਰ, ਉੱਥੇ ਯੂ ਹੈਵ ਟੂ ਪੇ ਫॉर ਦ ਵੈਕਸੀਨੇਸ਼ਨ। ਹਾਂਜੀ, ਬਿਲਕੁਲ। ਤੁਹਾਨੂੰ ਜਾ ਕੇ ਖੁਦ ਪੇ ਕਰਨਾ ਪੈਂਦਾ ਹੈ, ਤੁਹਾਨੂੰ ਲਾਈਨਸ ਲੱਗਣੇ ਪੈਂਦੀਆਂ ਨੇ, ਹੋਰ ਬਹੁਤ ਸਾਰੇ। ਔਰ ਕੈਨੇਡਾ ਦੇ ਵਿੱਚ ਤੁਹਾਨੂੰ ਇੰਨੀ ਸਹੂਲਤ ਪ੍ਰਾਪਤ ਹੈ ਕਿ ਤੁਹਾਨੂੰ ਵਿਦਾਊਟ ਐਨੀ ਹੈਸਲ ਦੇ ਤੁਸੀਂ ਜਾ ਕੇ ਕਿਸੇ ਵੀ ਟਾਈਮ 'ਤੇ ਜਾ ਕੇ ਕਿਤੇ ਵੀ ਜਾ ਕੇ ਤੁਸੀਂ ਆਪਣੇ ਆਪ ਨੂੰ ਵੈਕਸੀਨੇਟਡ ਹੋ ਸਕਦੇ ਹੋ। ਬਿਲਕੁਲ। ਔਰ ਦੂਸਰੀ ਗੱਲ ਇਹ ਹੈ ਕਿ ਆਪਾਂ ਨੂੰ ਇਹਦੇ 'ਚ ਲਵਾਉਣ 'ਚ ਹਰਜ ਕੋਈ ਨਹੀਂ ਹੈਗਾ। ਲੈਟ ਅਸ ਗਿਵ ਅ ਟਰਾਈ। ਔਰ ਅਸੀਂ ਇੱਕ ਦੇਖਿਆ ਗਿਆ ਕਿ ਜਿਹੜੇ ਨੇ ਵੈਕਸੀਨੇਟਡ ਹੋਏ ਨੇ ਉਹਨਾਂ ਨੂੰ ਜੇ ਕੋਵਿਡ ਹੁੰਦਾ ਵੀ ਹੈ ਤਾਂ ਉਹਦੇ ਬਹੁਤ ਮਾਈਲਡ, ਬਹੁਤ ਹੀ ਜ਼ਿਆਦਾ ਘੱਟ, ਉਹਦੀ ਜਿਹੜੀ ਜਾਨ ਹੈ ਉਹ ਸੇਫ ਰਹਿੰਦੀ ਹੈ। ਪਰ ਬਸ਼ਰਤੇ ਕਿ ਜਿਹਨਾਂ ਨੇ ਨਹੀਂ ਲਵਾਇਆ ਹੋਇਆ ਹੈ ਉਹਨਾਂ ਦੇ ਜਿਹੜੇ ਕੇਸਿਸ ਨੇ ਉਹ ਬਹੁਤ ਜ਼ਿਆਦਾ। ਮੈਂ ਇੱਕ US ਦੇ ਵਿੱਚ ਜਿਹੜੇ ਕੁਝ ਇਹੋ ਜਿਹੇ ਹੈ ਸੀ ਪਰਸਨੈਲਿਟੀ ਜਿਹੜੀਆਂ TV ਐਂਕਰ ਸੀ, ਉਹਨਾਂ ਦੀ ਡੈਥ ਹੋਈ ਹੈ ਪਿੱਛੇ ਜਿਹੇ, ਜਿਨ੍ਹਾਂ ਨੇ ਜੋ ਵੈਕਸੀਨੇਸ਼ਨ ਦੇ ਖਿਲਾਫ ਸੀ। ਸੋ ਉਹ ਖੁਦ ਹੀ ਖਿਲਾਫ ਸੀ, ਉਹਨਾਂ ਦੀ ਹੀ ਡੈਥ ਹੋ ਗਈ ਹੈ। ਸੋ ਆਪਾਂ ਨੂੰ ਸਿੱਖਣਾ ਚਾਹੀਦਾ ਹੈਗਾ ਕਿ ਸਾਨੂੰ ਸਾਡੀ ਸਭ ਤੋਂ ਪਹਿਲਾਂ ਜਾਨ ਹੈ ਤਾਂ ਜਹਾਨ ਹੈ। ਨਾਲੇ ਹੁਣ ਜਿਹੜੇ ਕੇਸ ਆ ਵੀ ਰਹੇ ਨੇ ਹਰਕੀਰਤ ਜੀ, ਜਦੋਂ ਉਹ ਉਹਨਾਂ ਨੂੰ ਡਿਫਰੈਂਸ਼ੀਏਟ ਕਰਦੇ ਨੇ ਤਾਂ ਉਹਨਾਂ ਦੇ ਵਿੱਚ ਜ਼ਿਆਦਾ ਕੇਸ ਉਹ ਨੇ ਜਿਹੜੇ ਅਨਵੈਕਸੀਨੇਟਡ ਲੋਕ ਨੇ, ਜਿਨ੍ਹਾਂ ਨੇ ਵੈਕਸੀਨੇਸ਼ਨ ਨਹੀਂ ਲਵਾਈ। ਦੇਖੋ ਜੀ, ਇਹ ਗੱਲ ਤਾਂ ਬਿਲਕੁਲ ਸਹੀ ਹੈ ਕਿ
ਜਦ ਆਪਾਂ ਸਟ੍ਰੇਨਸ ਦੀ ਗੱਲ ਕਰਦੇ ਹਾਂ, ਮੈਂ ਸ਼ਾਇਦ ਸਟਾਰਟਿੰਗ ਵਿੱਚ ਜਦ ਇਹ ਸ਼ੁਰੂ ਹੋਇਆ ਪਿਛਲੇ ਸਾਲ ਇਹ ਗੱਲ ਕੀਤਾ ਸੀ ਕਿ 31 ਸਟ੍ਰੇਨਸ ਤਾਂ ਉਸੇ ਟਾਈਮ ਹੈ ਸੀ, ਕਿਹੜਾ ਸਟ੍ਰੇਨ ਕਿੰਨਾ ਘਾਤਕ ਸੀ। ਉਹਦੇ ਬਾਅਦ ਨਵੇਂ ਸਟ੍ਰੇਨਸ ਆਏ ਨੇ ਕੋਈ, ਔਰ ਮੈਂ ਵੀ ਗੱਲ ਕੀਤੀ ਸੀ ਕਿ ਹਜੇ ਜਿਹੜਾ ਸਟ੍ਰੇਨ ਸਾਊਥ ਅਫਰੀਕਾ ਤੋਂ ਆਏਗਾ ਜਿੱਥੇ ਕਿ ਪਹਿਲਾਂ ਹੀ ਬਹੁਤ ਵੱਡੀ ਬਿਮਾਰੀਆਂ ਫੈਲ ਚੁੱਕੀਆਂ ਨੇ, ਉਹ ਸਭ ਤੋਂ ਜ਼ਿਆਦਾ ਸਟਰੋਂਗ ਹੋਏਗਾ, ਸਭ ਤੋਂ ਜ਼ਿਆਦਾ ਘਾਤਕ ਹੋਏਗਾ। ਸੋ ਆਪਾਂ ਦੁਆ ਕਰੀਏ ਕਿ ਉਹ ਨਾ ਆਵੇ ਔਰ ਆਪਾਂ ਜਿਹੜੀ ਜਿਸ ਟਾਈਮ ਚੱਲ ਰਹੇ ਇਹਨਾਂ ਨੂੰ ਆਪਾਂ ਨਜਿੱਠਣ ਦੀ ਕੋਸ਼ਿਸ਼ ਕਰੀਏ ਤਾਂ ਦੈਟ ਵਿਲ ਬੀ ਵੈਰੀ ਗੁੱਡ ਫॉर ਅਸ। ਸੋ ਇਸ ਕਰਕੇ ਇਹਦੇ ਖਿਲਾਫ ਜਾਣਾ, ਵੈਕਸੀਨੇਸ਼ਨ ਦੇ ਖਿਲਾਫ ਪ੍ਰੋਟੈਸਟ ਕਰਨਾ ਮੇਰੇ ਹਿਸਾਬ ਨਾਲ ਮੋਰਲੀ ਔਰ ਐਥੀਕਲੀ ਦੋਨੀ ਤਰ੍ਹਾਂ ਨਾਲ ਗਲਤ ਹੈ ਉਹ। ਬਿਲਕੁਲ, ਕਿਉਂਕਿ ਦੇਖੋ ਜੀ ਖਾਸ ਕਰਕੇ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਤੇ ਇੱਥੇ ਇਸ ਤਰ੍ਹਾਂ ਨਹੀਂਗਾ ਆਪਣੇ ਜਿੱਦਾਂ ਥਰਡ ਵਰਲਡ ਕੰਟਰੀਜ਼ ਦੀ ਆਪਾਂ ਭਾਰਤ ਦੀ ਗੱਲ ਕਰੀਏ ਤੇ ਉੱਥੇ ਜਿੱਥੇ ਲਾਠੀ ਚਾਰਜ ਹੁੰਦਾ ਜਾਂ ਲੋਕਾਂ ਨੂੰ ਫੜ ਕੇ ਅੰਦਰ ਸੁੱਟ ਦਿੱਤਾ ਜਾਂਦਾ ਹੈ। ਇੱਥੇ ਦੇਖੋ ਅਜੇ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਇਹ ਗੱਲਾਂ ਚੱਲ ਰਹੀਆਂ ਜਿਹੜੇ ਆਪਣੇ ਲੀਡਰ ਨੇ ਉਹ ਵੀ ਇਹ ਗੱਲਾਂ ਕਹਿ ਰਹੇ ਨੇ ਵੀ ਸਾਰਿਆਂ ਦਾ ਜਿਹੜਾ ਇਹ ਅਧਿਕਾਰ ਹੈ ਵੀ ਜੇ ਉਹ ਪ੍ਰੋਟੈਸਟ ਕਰਨਾ ਚਾਹੁੰਦੇ ਨੇ ਤਾਂ ਪ੍ਰੋਟੈਸਟ ਕਰਨ, ਪਰ ਉਹ ਕਹਿੰਦੇ ਨੇ ਵੀ ਇਹਦਾ ਕੋਈ ਤਰੀਕਾ ਹੋਣਾ ਚਾਹੀਦਾ। ਹੁਣ ਜੇ ਤੁਸੀਂ ਹਸਪਤਾਲਾਂ ਦੇ ਸਾਹਮਣੇ ਜਾ ਕੇ ਜਿਹੜੀਆਂ ਜ਼ਰੂਰੀ ਸੇਵਾਵਾਂ ਨੇ ਉਹਨਾਂ ਤੇ ਖਲਲ ਪਾਉਣਾ ਦੇ ਵਿੱਚ, ਜੇ ਹੁਣ ਸਪੋਜ਼ ਕਰੋ ਜਿਹੜੀ ਐਂਬੂਲੈਂਸ ਹੈ, ਹੁਣ ਐਂਬੂਲੈਂਸ ਨੂੰ ਤੁਸੀਂ ਰੋਕੋਗੇ, ਉਹ ਕਿਸੇ ਦੀ ਜਾਨ ਬਚਾਉਣ ਜਾ ਰਹੀ ਹੈ ਜਾਂ ਕੋਈ ਇਸ ਤਰ੍ਹਾਂ ਦਾ ਮਰੀਜ਼ ਹੈ ਜਿਹੜਾ ਕਿ ਸੀਰੀਅਸਲੀ ਇਲ ਹੈ ਉਹਨੂੰ ਲੈ ਕੇ ਆ ਰਹੀ, ਤੁਸੀਂ ਰੋਕ ਲਓ ਤਾਂ ਉਹ ਕਿਸੇ ਦੀ ਜਾਨ ਤੇ ਖਤਰੇ 'ਚ ਪੈ ਰਹੀ ਹੈ। ਬਿਲਕੁਲ ਜੀ, ਔਰ ਤੁਹਾਡੀ ਆਪਣੀ ਜਾਨ ਖਤਰੇ 'ਚ ਪੈ ਰਹੀ ਹੈ। ਕੱਲ੍ਹ ਨੂੰ ਤੁਹਾਡਾ ਦੇਖੋ ਜਿਹੜਾ ਵੈਕਸੀਨ ਜਿਹੜਾ ਵਾਇਰਸ ਹੈ ਉਹ ਕਿਸੇ ਦਾ ਸਕਾ ਨਹੀਂ ਹੈ। ਬਿਲਕੁਲ, ਉਹ ਤੁਹਾਡੇ ਕੱਲ੍ਹ ਨੂੰ ਰਿਸ਼ਤੇਦਾਰ ਨੂੰ, ਤੁਹਾਡੇ ਬੱਚੇ ਨੂੰ, ਕਿਸੇ ਨੂੰ ਕੱਲ੍ਹ ਨੂੰ ਤੁਸੀਂ ਕੋਵਿਡ ਪੋਜ਼ਿਟਿਵ ਹੋ ਜਾਂਦੇ ਹੋ ਕਿ ਤੁਸੀਂ ਹਸਪੀਟਲ ਨਹੀਂ ਜਾਓਗੇ ਤੇ ਕੱਲ੍ਹ ਨੂੰ ਉਸ ਟਾਈਮ ਕੋਈ ਬੰਦਾ ਪ੍ਰੋਟੈਸਟ, ਕੋਈ ਹੋਰ ਬੰਦੇ ਪ੍ਰੋਟੈਸਟ ਖੜੇ ਹੋਣਗੇ ਜਿਹੜੇ ਰੋਕਣਗੇ ਤਾਂ ਦੈਨ ਹਾਊ ਵਿਲ ਯੂ ਜਸਟੀਫਾਈ ਦੈਟ। ਬਿਲਕੁਲ, ਕਿ ਤੁਹਾਡਾ ਬੱਚਾ ਐਂਬੂਲੈਂਸ ਦੇ ਵਿੱਚ ਹੈ ਔਰ ਜਿਹੜੇ ਪ੍ਰੋਟੈਸਟਰ ਤੁਹਾਡੇ ਜਿਹੜੇ ਭਾਈ ਬੰਦੂ ਨੇ, ਸਾਥੀ ਨੇ, ਉਹ ਉਸ ਐਂਬੂਲੈਂਸ ਨੂੰ ਨਹੀਂ ਪਹੁੰਚਣ ਦੇ ਰਹੇ ਹਸਪੀਟਲ ਤੱਕ ਜਾਂ ਨਹੀਂ ਉਹਨੂੰ ਰੋਕ ਰਹੇ ਨੇ, ਡਿਲੇ ਕਰ ਰਹੇ ਨੇ, ਦੈਨ ਹਾਊ ਵਿਲ ਯੂ ਫੀਲ ਅਬਾਊਟ ਦੈਟ। ਸੋ ਇਹ ਚੀਜ਼ਾਂ ਬੜੀਆਂ ਮੈਂ ਜਿਵੇਂ ਪਹਿਲਾਂ ਕਹਿ ਚੁੱਕਿਆ ਕਿ ਐਥੀਕਲੀ, ਮੋਰਲੀ ਔਰ ਆਮ ਦਿਮਾਗੀ ਤੌਰ ਦੇ ਉੱਪਰ ਵੀ ਇਹ ਬਿਲਕੁਲ ਗਲਤ ਨੇ। ਸੋ ਵੀ ਸ਼ੁੱਡ ਨਾਟ ਡੂ ਸੱਚ ਥਿੰਗਸ। ਬਿਲਕੁਲ ਜੀ, ਖਾਸ ਕਰਕੇ ਹੁਣ ਜਿੱਦਾਂ ਕਿਉਂਕਿ ਇਲੈਕਸ਼ਨ ਦਾ ਸਮਾਂ ਚੱਲ ਰਿਹਾ ਤੇ ਜਿਹੜੀਆਂ ਸਰਕਾਰਾਂ ਨੇ ਉਹ ਲਗਾਤਾਰ ਇਹਦੇ ਤੇ ਆਪਣੇ ਜਿੱਥੇ ਇਲੈਕਸ਼ਨ ਦੇ ਵਿੱਚ ਬਿਜ਼ੀ ਨੇ ਜਿਹੜੇ ਪਾਰਟੀਜ਼ ਨੇ, ਤੇ ਜੇ ਹੁਣ ਆਪਾਂ ontario ਦੀ ਗੱਲ ਕਰੀਏ ਉੱਥੇ ਕਾਫੀ ਥਾਂ ਇਹ ਕਿਹਾ ਜਾ ਰਿਹਾ ਵੀ ਜਿਹੜੇ ਐਂਟੀ ਵੈਕਸ ਪ੍ਰੋਟੈਸਟ ਹੋਣੇ ਨੇ, ਮੇਰਾ ਖਿਆਲ ਹੈ ਸਰਕਾਰ ਨੂੰ ਬੜਾ ਸਖਤੀ ਦੇ ਨਾਲ ਇਸ ਨੂੰ ਨਜਿੱਠਣਾ ਚਾਹੀਦਾ। ਬਿਲਕੁਲ ਸਖਤੀ ਨਾਲ ਨਜਿੱਠਣਾ ਚਾਹੀਦਾ ਜੀ, ਕਿਉਂਕਿ ਅਲਟੀਮੇਟਲੀ ਇਹ ਇੱਕ ਕੋਈ ਇਸ ਤਰ੍ਹਾਂ ਸਿਰਫ ਸਰਕਾਰ ਦੇ ਖਿਲਾਫ ਨਹੀਂ ਹੈਗਾ, ਇਹ ਇੱਕ ਆਮ ਤੁਹਾਡੇ ਫੈਲੋ ਕੈਨੇਡੀਅਨਸ ਦੇ ਖਿਲਾਫ ਹੈ। ਬਿਲਕੁਲ, ਉਹਨਾਂ ਦੇ ਖਿਲਾਫ ਹੈ ਜਿਹੜੀ ਆਪਣਾ ਰਾਈਟ ਰੱਖਦੇ ਨੇ ਆਪਣਾ ਇਲਾਜ ਕਰਾਉਣ ਦਾ, ਔਰ ਜਿਹੜੇ ਰਾਈਟ ਰੱਖਦੇ ਨੇ ਕਿ ਮੈਂ ਵੈਕਸੀਨੇਟ ਹੋਵਾਂ, ਔਰ ਰਾਈਟ ਰੱਖਦੇ ਨੇ ਕਿ ਮੈਨੂੰ ਕੋਵਿਡ ਨਾ ਹੋਵੇ, ਆਪਣੀ ਹੈਲਥ ਦਾ ਰਾਈਟ ਰੱਖਦੇ ਨੇ, ਹਰ ਚੀਜ਼ ਦਾ ਰਾਈਟ ਰੱਖਦੇ ਨੇ, ਤਾਂ ਉਹਨਾਂ ਦੇ ਖਿਲਾਫ ਹੈ ਇਹ ਚੀਜ਼। ਮੈਂ ਕਿਹਾ ਹਰਗੀਰਤ ਜੀ, ਅਗਰ ਪੰਜਾਬੀ 'ਚ ਆਪਾਂ ਕਹਾਵਤ ਕਹਿੰਦੇ ਹੁੰਦੇ ਵੀ ਟੈਂਟ 'ਚ ਕਾਨਾ ਪਾਉਣਾ, ਕੁਛ ਮੈਂ ਕਿਹਾ ਲੋਕ ਇਸ ਤਰ੍ਹਾਂ ਦੇ ਨੇ ਵੀ ਜਦੋਂ ਵੀ ਕੋਈ ਚੀਜ਼ ਹੁੰਦੀ ਨਹੀਂ, ਕੋਈ ਚੀਜ਼ ਹੁੰਦੀ ਹੈ, ਕੋਈ ਨਵਾਂ ਕੋਈ ਕੰਮ ਹੁੰਦਾ ਤੇ ਕੁਝ ਗਿਣਤੀ ਦੇ ਲੋਕ ਹੁੰਦੇ ਨੇ ਜਿਹੜਾ ਉਹਨਾਂ ਨੇ ਟੈਂਟ 'ਚ ਕਾਨਾ ਪਾਉਣਾ ਵੀ ਨਾ ਤਾਂ ਕੰਮ ਆਪ ਕਰਨਾ ਤੇ ਨਾ ਦੂਸਰੇ ਨੂੰ ਕਰਨ ਦੇਣਾ। ਦੇਖੋ ਸਿਮਰਤ ਜੀ, ਗੱਲ ਇਹ ਕਿ ਨਾ ਇਹ ਜਿਹੜਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਔਰ ਇੱਥੇ ਜਿਹੜੀ ਇਨਫੋਰਮੇਸ਼ਨ ਜਿਹੜੀ ਹੈ ਨਾ ਬਹੁਤ ਫਾਸਟ ਮੂਵ ਕਰਦੀ ਹੈਗੀ। ਸੋ ਆਪਾਂ ਇੱਕ ਚੀਜ਼ ਇਨਸਾਨੀ ਫਿਤਰਤ ਹੈ ਕਿ ਹਿਊਮਨ ਨੇਚਰ ਹੈ ਕਿ ਜਦ ਵੀ ਆਪਾਂ ਕੋਈ ਵੀ ਸਟੇਟਮੈਂਟ ਦਿੰਦੇ ਆ ਨਾ ਤਾਂ ਜੇ 10 ਲੋਕ ਉਹਨਾਂ ਦੇ ਪੋਜ਼ਿਟਿਵ ਹੁੰਦੇ ਨੇ ਤਾਂ ਐਟਲੀਸਟ 2-3 ਲੋਕ ਉਹਨਾਂ ਦੇ ਖਿਲਾਫ ਵੀ ਹੋਣਗੇ। ਕਿਸੇ ਵੀ ਸਟੇਟਮੈਂਟ ਦੇ ਆਪਾਂ ਖਿਲਾਫ ਕਰ ਲਈਏ ਕਰਦੇ। ਬਿਲਕੁਲ, ਜੇ ਆਪਾਂ ਕਿਤੇ ਵੀ ਗੱਲ ਕਰੀਏ ਕਿ ਨਹੀਂ ਜੀ ਸਾਡੇ ਕੋਲ ਸਾਨੂੰ ਪਾਣੀ ਹਰ ਰੋਜ਼ ਪੀਣਾ ਚਾਹੀਦਾ ਹੈਗਾ, ਸਾਨੂੰ 10 ਲੀਟਰ ਪਾਣੀ ਪੀਣਾ ਚਾਹੀਦਾ ਹੈਗਾ, ਤਾਂ ਕੁਝ 5 ਲੋਕ ਇਹ ਵੀ ਕਹਿਣਗੇ ਜੀ ਦੇਖੋ ਜੀ ਉਹ ਲੋਕਾਂ ਨੂੰ ਵੀ ਜਿਹਨਾਂ ਕੋਲ ਪਾਣੀ ਪੀਣ ਨੂੰ ਨਹੀਂ ਮਿਲਦਾ ਹੈਗਾ, ਤੁਸੀਂ 10 ਲੀਟਰ ਪਾਣੀ ਖਰਾਬ ਕਰ ਰਹੇ ਹੋ। ਸੋ ਆਪਾਂ ਇਸ ਚੀਜ਼ ਨੂੰ, ਕਿਉਂਕਿ ਜਿਹੜਾ ਇਨਫੋਰਮੇਸ਼ਨ ਹੈ ਨਾ ਉਹ ਲੋਕਾਂ ਨੂੰ ਹਜਮ ਕਰਨੀ ਵੀ ਆਉਣੀ ਚਾਹੀਦੀ ਹੈ। ਬਿਲਕੁਲ, ਕੋਈ ਨਵੀਂ ਚੇਂਜ ਆਉਂਦੀ ਹੈ ਉਹ ਸਭ ਤੋਂ ਇੰਪੋਰਟੈਂਟ ਇਹ ਹੈ ਕਿ ਸਰਕਾਰ ਵੈਸੇ ਤਾਂ ਇਹ ਜਿਹੜੇ ਥਰਡ ਵਰਲਡ ਕੰਟਰੀ ਤੋਂ ਇਲਾਵਾ ਜਿਹੜੇ ਡਿਵੈਲਪਡ ਕੰਟਰੀ ਹੈ ਨੇ ਉਹ ਆਪਣੀ ਪਾਪੂਲੇਸ਼ਨ ਨੂੰ, ਆਪਣੇ ਪਬਲਿਕ ਨੂੰ ਬਹੁਤ ਵਧੀਆ ਤਰੀਕੇ ਨਾਲ ਇਨਫੋਰਮੇਸ਼ਨ ਦਿੰਦੇ ਨੇ, ਇਨਫੋਰਮੇਟਿਵ ਰੱਖਦੇ ਨੇ ਕਿ ਜਿਹੜੀ ਵੀ ਨਵੀਂ ਕੋਈ ਵੀ ਇਨਫੋਰਮੇਸ਼ਨ ਆਉਂਦੀ ਹੈ, ਨਵੀਂ ਚੇਂਜਸ ਆਉਂਦੀ ਹੈ ਤਾਂ ਉਹਨੂੰ ਐਡੂਕੇਟ ਕਰਦੇ ਨੇ ਉਸ ਚੀਜ਼ ਦੇ ਵਿੱਚ। ਲੇਕਿਨ ਇਹਦੇ ਵਿੱਚ ਵੀ ਸਰਕਾਰ ਨੂੰ ਚਾਹੀਦਾ ਕਿ ਜੋ ਵੀ ਨਾਨ ਵੈਕਸੀਨੇਟਡ ਬੰਦੇ ਹੈ ਨੇ ਜਾਂ ਜਿਹੜੇ ਚਾਹੁੰਦੇ ਨੇ ਇਸ ਦੇ ਖਿਲਾਫ ਨੇ ਤਾਂ ਉਹਨਾਂ ਨੂੰ ਐਜੂਕੇਟ ਕਰਨਾ ਇੰਪੋਰਟੈਂਟ ਹੈ। ਉਹਨਾਂ ਨੂੰ ਮੈਸੇਜ ਕਲੀਅਰ ਦੇਣਾ ਚਾਹੀਦਾ ਹੈ ਕਿ ਜਿਹੜੇ ਤੁਹਾਡੇ ਫਾਇਦੇ ਕੀ ਨੇ, ਨੁਕਸਾਨ ਕੋਈ ਵੀ ਨਹੀਂ ਹੈ। ਬਿਲਕੁਲ। ਸੋ ਇਹੀ ਮੈਂ ਕਹਿਣਾ ਚਾਹਾਂਗਾ ਕਿ ਜਿੰਨੇ ਵੀ ਇਹਦੇ ਖਿਲਾਫ ਨੇ ਪਲੀਜ਼ 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 ਕਿ ਆਪਣੇ ਜਿਹੜੇ ਫੈਲੋ ਕੈਨੇਡੀਅਨਸ ਨੇ ਆਮ ਉਹਨਾਂ ਦਾ ਖਿਆਲ ਰੱਖਦੇ ਹੋਏ ਤੁਸੀਂ ਆਪਣਾ ਮੁਜ਼ਾਹਰਾ ਜ਼ਰੂਰ ਕਰਨਾ ਚਾਹੋ, ਆਪਣਾ ਘਰ ਬੈਠ ਕੇ ਕਰੋ, ਜਿਸ ਤਰ੍ਹਾਂ ਮਰਜ਼ੀ ਕਰੋ, ਬਟ ਹਸਪੀਟਲ ਬਾਹਰ ਜਾ ਕੇ ਬਿਲਕੁਲ ਗਲਤ ਹੈ ਜੀ। ਬਿਲਕੁਲ। ਤੁਸੀਂ ਦੇਖ ਰਹੇ ਹੋ ਸਟਾਰ ਟਾਕ, ਇੱਕ ਛੋਟੀ ਜਿਹੀ ਬ੍ਰੇਕ, ਉਸ ਤੋਂ ਬਾਅਦ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੁੰਦੇ ਹਾਂ। ਦੇਖਦੇ ਰਹੋ ਸਟਾਰ ਟਾਕ ਪੰਜਾਬ ਸਟਾਰ ਟੀਵੀ ਤੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਮੈਂ ਸਿਮਰਤ ਗਰੇਵਾਲ ਤਾਂ ਮੇਰੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਹਰਕੀਰਤ ਜੀ
ਤੁਹਾਡੇ ਨਾਲ ਗੱਲ ਕਰ ਰਹੇ ਹਾਂ ਜੋ ਆਪਣੇ ਆਲੇ ਦੁਆਲੇ ਅਹਿਮ ਘਟਨਾਵਾਂ ਵਾਪਰਦੀਆਂ ਨੇ। ਪਹਿਲੇ ਹਿੱਸੇ ਵਿੱਚ ਤੁਹਾਡੇ ਨਾਲ ਜਿਵੇਂ ਗੱਲ ਕੀਤੀ ਐਂਟੀ ਵੈਕਸੀਨੇਸ਼ਨ ਦੀ, ਹੁਣ ਗੱਲ ਕਰਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਕੈਨੇਡਾ ਵਿੱਚ ਇਲੈਕਸ਼ਨ ਚੱਲ ਰਹੀ ਹੈ। ਸੋ ਇਲੈਕਸ਼ਨ ਦਾ ਅਖੀਰਲਾ ਹਫ਼ਤਾ ਸ਼ੁਰੂ ਹੋ ਗਿਆ। 20 ਸਤੰਬਰ ਨੂੰ ਵੋਟਾਂ ਪੈਣੀਆਂ ਨੇ। ਤਿੰਨੇ ਜਿਹੜੀਆਂ ਮੁੱਖ ਪਾਰਟੀਆਂ ਨੇ ਲਿਬਰਲ, ਕੰਜ਼ਰਵੇਟਿਵ ਤੇ NDP ਆਪਣਾ ਲਗਾਤਾਰ ਜ਼ੋਰ ਲਾ ਰਹੀਆਂ ਨੇ ਵੋਟਰਾਂ ਨੂੰ ਆਪਣੇ ਆਪਣੇ ਹੱਕ ਦੇ ਵਿੱਚ ਭੁਗਤਾਉਣ ਦੇ ਲਈ। ਜਿਹੜੇ ਮੇਨ ਲੀਡਰ ਨੇ ਜਸਟਿਨ ਟਰੂਡੋ ਲਿਬਰਲ, ਐਰਨ ਓਟੂਲ ਕੰਜ਼ਰਵੇਟਿਵ ਤੇ ਜਗਮੀਤ ਸਿੰਘ NDP ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾ ਰਹੇ ਨੇ ਤੇ ਜਿੱਥੇ ਲੋਕਾਂ ਦੀਆਂ ਗੱਲਾਂ ਬਾਤਾਂ ਸੁਣ ਰਹੇ ਨੇ ਉੱਥੇ ਆਪਣੇ ਵਿਚਾਰ ਵੀ ਦੇ ਰਹੇ ਨੇ ਤੇ ਲਗਾਤਾਰ ਉਹਨਾਂ ਦੀ ਕੋਸ਼ਿਸ਼ ਹੈ ਵੀ ਵੱਧ ਤੋਂ ਵੱਧ ਸੀਟਾਂ ਲੈ ਕੇ ਜਿਹੜੀ ਸਰਕਾਰ ਬਣਾਈ ਜਾਵੇ। ਭਾਵੇਂ ਕਿ ਪਰ ਹਾਲ ਦੀ ਘੜੀ ਜੋ ਸਰਵੇਖਣ ਦੱਸ ਰਹੇ ਨੇ ਉਹ ਦੱਸ ਰਹੇ ਨੇ ਵੀ ਜਿਹੜੀ ਜੇ ਮਾਈਨੋਰਟੀ ਸਰਕਾਰ ਆਈ ਲਿਬਰਲ ਦੀ ਤਾਂ ਜਿਹੜੀਆਂ ਪਿਛਲੇ ਵਾਰੀ ਨਾਲੋਂ ਜਿਹੜੀ ਮਾਈਨੋਰਟੀ ਸਰਕਾਰ ਸੀ ਉਹਦੇ ਨਾਲੋਂ ਸੀਟਾਂ ਘੱਟ ਸਕਦੀਆਂ ਨੇ। ਪਰ ਅਜੇ ਇੱਕ ਹਫ਼ਤਾ ਬਾਕੀ ਹੈ, ਦੇਖੋ ਕੀ ਊਠ ਕਿਸ ਕਰਵਟ ਵੱਧਦਾ ਹੈ। ਪਰ ਸਾਰਿਆਂ ਨਾਲੋਂ ਜ਼ਿਆਦਾ ਜਿਹੜੀ ਵੱਡੀ ਗੱਲ ਉਹ ਦੇਖਣ ਨੂੰ ਮਿਲੀ ਹੈ ਵੀ ਇਸ ਇਲੈਕਸ਼ਨ ਜਦੋਂ ਕਾਲ ਹੋਈ ਉਸ ਤੋਂ ਬਾਅਦ ਜਦੋਂ ਲਿਬਰਲ ਪਾਰਟੀ ਦੇ ਲੀਡਰ ਜਸਟਿਨ ਟਰੂਡੋ ਆਪਣੇ ਚੋਣ ਰੈਲੀਜ਼ ਕਰ ਰਹੇ ਸੀ, ਬਹੁਤ ਸਾਰੀ ਜਗ੍ਹਾ ਤੇ ਉਹਨਾਂ ਦੇ ਪ੍ਰੋਟੈਸਟ ਹੋਏ ਨੇ ਕਿ ਤੁਸੀਂ ਬਿਨਾਂ ਕਿਸੇ ਗੱਲ ਤੋਂ ਜਿਹੜੇ ਇਹ ਇਲੈਕਸ਼ਨ ਕਿਉਂ ਕਾਲ ਕੀਤੀ ਹੈ। ਅੱਛਾ ਰਗੀਰਾ ਜੀ, ਆਪਾਂ ਇੱਥੋਂ ਗੱਲ ਸ਼ੁਰੂ ਕਰਦੇ ਹਾਂ। ਇਹ ਤੁਹਾਨੂੰ ਵੀ ਲੱਗਦਾ ਵੀ ਇਹ ਇਸ ਇਲੈਕਸ਼ਨ ਦੀ ਲੋੜ ਨਹੀਂ ਸੀ? ਕਿਉਂਕਿ ਭਾਵੇਂ ਕਿ ਜਿਹੜੀ ਲਿਬਰਲ ਦੀ ਘੱਟ ਗਿਣਤੀ ਸਰਕਾਰ ਸੀ ਪਰ NDP ਜਿਹੜੀ ਲਗਾਤਾਰ ਉਹਨਾਂ ਦੇ ਜਿਹੜੇ ਜੋ ਵੀ ਪਲਾਨ ਸੀ ਉਹਨਾਂ ਤੇ ਉਹਨਾਂ ਨੂੰ ਸਪੋਰਟ ਦਿੰਦੀ ਆ ਰਹੀ ਸੀ। ਈਵਨ ਕਿ ਜਦੋਂ ਲੱਗਾ ਵੀ ਇਲੈਕਸ਼ਨ ਆਉਣੀ ਹੈ ਤੇ ਜਗਮੀਤ ਸਿੰਘ ਨੇ ਜਿਹੜੇ ਆਪਣੇ ਗਵਰਨਰ ਜਨਰਲ ਉਹਨਾਂ ਨੂੰ ਚਿੱਠੀ ਵੀ ਲਿਖੀ ਸੀ ਵੀ ਤੁਸੀਂ ਵਿੱਚ ਪੈ ਕੇ ਇਹਨਾਂ ਇਲੈਕਸ਼ਨਸ ਨੂੰ ਰੋਕੋ, ਪਰ ਅਲਟੀਮੇਟਲੀ ਲਿਬਰਲ ਲੀਡਰ ਜਸਟਿਨ ਟਰੂਡੋ ਨੇ ਜਿਹੜੀ ਇਲੈਕਸ਼ਨ ਕਾਲ ਕੀਤੀ। ਹੁਣ ਉਸੇ ਮੁੱਦੇ ਤੇ ਉਹਨਾਂ ਦਾ ਕਾਫੀ ਵਿਰੋਧ ਵੀ ਹੋ ਰਿਹਾ ਕਿ ਇਹ ਇਸ ਸਮੇਂ ਜਿਹੜੀ ਇਲੈਕਸ਼ਨ ਕਰਾਉਣਾ ਜਾਇਜ਼ ਸੀ। ਬਿਲਕੁਲ ਸਿਮਰਤ ਜੀ, ਤੁਹਾਡੀ ਗੱਲ ਸਹੀ ਹੈ ਔਰ ਇਹ ਜਿਹੜਾ ਸਭ ਤੋਂ ਜ਼ਿਆਦਾ ਬੈਕਫਾਇਰ ਕੀਤੀ ਹੈਗੀ ਹੈ। ਸ਼ਾਇਦ ਟਰੂਡੋ ਸਾਹਿਬ ਨੇ ਇਹ ਗੱਲ ਸੋਚੀ ਹੋਏਗੀ ਕਿ ਮੈਂ ਆਪਣੇ ਜਿਹੜੀਆਂ ਕੁਝ ਹੋਰ ਬੈਨੀਫਿਟ ਆਫ ਕੈਨੇਡੀਅਨਸ ਦੀ ਗੱਲ ਕਰਕੇ ਮੈਂ ਉਹਨਾਂ ਨੂੰ ਆਪਣਾ ਇਲੈਕਸ਼ਨਸ ਜਿਹੜੀਆਂ ਹੈ ਇਸ ਟਾਈਮ ਕਰਵਾ ਦਾਂਗਾ ਤਾਂ ਮੈਨੂੰ ਜਿਹੜੀ ਮੈਜੋਰਿਟੀ ਮਿਲ ਜਾਏਗੀ। ਉਹਨਾਂ ਨੂੰ ਲੱਗਿਆ ਕਿ ਜਿੰਨਾ ਕਿ ਮੈਂ ਜੋ ਕੈਨੇਡੀਅਨਸ ਵਾਸਤੇ ਕੀਤਾ, ਜੋ ਪੈਸੇ ਵੰਡੇ ਨੇ, ਚਾਹੇ ਉਹ ਬਿਜ਼ਨੈਸਿਸ ਵਾਸਤੇ ਨੇ, ਚਾਹੇ ਉਹ ਐਮਪਲੋਇਰਸ ਵਾਸਤੇ ਨੇ, ਚਾਹੇ ਐਮਪਲੋਈਜ਼ ਵਾਸਤੇ ਨੇ ਜਾਂ ਆਮ ਜਨਤਾ ਨੂੰ ਜੋ ਪੈਸੇ ਵੰਡੇ ਨੇ, ਈਵਨ ਕਿ ਜਿਹੜੇ ਟੈਂਪਰੇਰੀ TRV ਹੋਲਡਰ ਨੇ ਉਹਨਾਂ ਵਾਸਤੇ ਜੋ ਪੈਸੇ ਵੰਡੇ ਨੇ, ਸੋ ਉਹਦਾ ਮੈਨੂੰ ਇਲਾਹਾ ਹੁਣ ਲੈਣਾ ਚਾਹੀਦਾ ਹੈਗਾ, ਉਹਦਾ ਮੈਨੂੰ ਫਾਇਦਾ ਚੁੱਕਣਾ ਚਾਹੀਦਾ ਹੈਗਾ। ਸੋ ਦੈਟ ਵਾਜ਼ ਅਨਟਾਈਮਲੀ ਚੀਜ਼ ਇਹ ਸੀ ਔਰ ਇਟ ਵਾਜ਼ ਮੈਨੂੰ ਲੱਗਦਾ ਇਟ ਵਾਜ਼ ਅ ਵੈਰੀ ਰੋਂਗ ਡਿਸੀਜ਼ਨ ਐਟ ਦਿਸ ਟਾਈਮ ਆਫ ਟਾਈਮ। ਉਹ ਜੇ ਅੱਜ ਤੋਂ 6 ਮਹੀਨੇ ਬਾਅਦ ਵੀ 8 ਮਹੀਨੇ ਬਾਅਦ, ਸਾਲ ਬਾਅਦ ਜਾਂ 2024-23 ਵਿੱਚ ਵੀ ਇਹ ਚੀਜ਼ ਕਰਦੇ ਤਾਂ ਵੀ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਉਣੀ, ਕਿਉਂਕਿ ਉਹਨਾਂ ਨੂੰ ਕੌਨਸੀਕੁਐਂਸਿਸ ਜਿੱਦਾਂ ਆਮ ਲੋਕਾਂ ਦਾ ਵਿਚਾਰਧਾਰਾ ਕੀ ਹੈ, ਲੋਕਾਂ ਦੀ ਉਹਨਾਂ ਨੂੰ ਰਿਸਪੌਂਡ ਕੀ ਹੈ ਉਹ ਪਤਾ ਲੱਗ ਜਾਣਾ ਸੀ। ਕਿਉਂਕਿ ਇਸ ਟਾਈਮ ਬਿਲਕੁਲ ਵੀ ਇਸ ਚੀਜ਼ ਦੀ ਲੋੜ ਨਹੀਂ ਸੀ। ਸਭ ਤੋਂ ਵੱਡਾ ਕੁਐਸਚਨ ਮੈਂ ਟਾਈਮਜ਼ ਆਫ ਇੰਡੀਆ ਦਾ ਟਾਈਮਜ਼ ਆਫ ਨਿਊਯਾਰਕ ਟਾਈਮਜ਼ ਦਾ ਇੱਕ ਪੜ੍ਹ ਰਿਹਾ ਸੀ ਆਰਟੀਕਲ, ਉਹਦੇ ਵਿੱਚ ਵੀ ਇਹ ਲਿਖਿਆ, ਈਵਨ ਟਾਈਮਜ਼ ਆਫ ਇੰਡੀਆ ਵਿੱਚ ਵੀ ਇਹ ਚੀਜ਼ ਮੈਂ ਆਰਟੀਕਲ ਪੜ੍ਹ ਰਿਹਾ ਸੀ ਨਿਊਯਾਰਕ ਟਾਈਮਜ਼ ਦਾ ਔਰ US ਦੇ ਹੋਰ ਜਿਹੜੇ ਵੀ ਇਕਨੋਮਿਕ ਮਾਹਿਰ ਨੇ, ਪੋਲੀਟੀਕਲ ਮਾਹਿਰ ਨੇ ਔਰ ਕੈਨੇਡੀਅਨ ਜਿਹੜੇ ਪੋਲੀਟੀਕਲ ਮਾਹਿਰ ਨੇ, ਉਹਦੇ ਮੈਂ ਕਾਫੀ ਜ਼ਿਆਦਾ ਆਰਟੀਕਲਸ ਪੜ੍ਹੇ ਔਰ ਦੇਖਿਆ। ਸਭ ਤੋਂ ਵੱਡਾ ਉਹਨਾਂ ਨੇ ਇੱਕੋ ਹੀ ਕੁਐਸਚਨ ਪੁੱਛਿਆ ਗਿਆ ਸੀ ਕਿ ਇਹ ਟਰੂਡੋ ਨੇ ਜੋ ਟਰੂਡੋ ਸਾਹਿਬ ਨੇ ਇਲੈਕਸ਼ਨਸ ਕਾਲ ਕੀਤੀਆਂ ਨੇ ਉਹ ਅਨਟਾਈਮਲੀ ਨੇ, ਉਹ ਜਾਇਜ਼ ਨੇ, ਉਹ ਕਿੱਥੇ ਤੱਕ ਉਹਨਾਂ ਨੂੰ ਜਾਇਜ਼ ਠਹਿਰਾ ਸਕਦੇ ਨੇ। ਔਰ ਜਦ ਮੈਂ ਲੇਟੈਸਟ ਉਹਨਾਂ ਦਾ ਆਪਾਂ ਡਿਬੇਟ ਹੋਈ ਹੈ ਉਹਦੇ 'ਚ ਦੇਖਿਆ ਗਿਆ, ਸੋ ਟਰੂਡੋ ਸਾਹਿਬ ਇਸ ਕੁਐਸਚਨ ਤੋਂ ਸਭ ਤੋਂ ਜ਼ਿਆਦਾ ਉਹਦਾ ਵੀਕ ਕੁਐਸਚਨ ਸੀ। ਵੀਕਲੀ ਉਹ ਇੱਕ ਬਿਲਕੁਲ ਇੱਦਾਂ ਦਾ ਜਵਾਬ ਦੇ ਰਹੇ ਸੀ ਜਿਹੜਾ ਕਿ ਇਰਰੈਲੇਵੈਂਟ ਸੀ ਔਰ ਇਹਦਾ ਜਵਾਬ ਉਹਨਾਂ ਕੋਲ ਟੈਕਨੀਕਲੀ ਪੋਲੀਟੀਕਲੀ ਕੋਈ ਹੈ ਨਹੀਂ ਸੀ। ਅੱਛਾ ਦੇਖੋ, ਚਲੋ ਖੈਰ ਇਲੈਕਸ਼ਨ ਆ ਗਈ, ਇਲੈਕਸ਼ਨ ਤੋਂ ਬਾਅਦ ਹੁਣ ਲਗਾਤਾਰ ਜਿਹੜੀ ਚੋਣ ਪ੍ਰਚਾਰ ਹੋ ਰਿਹਾ, ਪਰ ਜਸਟਿਨ ਟਰੂਡੋ ਦੀਆਂ ਜਿੰਨੀਆਂ ਵੀ ਰੈਲੀਜ਼ ਨੇ, ਬਹੁਤੀਆਂ ਰੈਲੀਜ਼ ਦੇ ਵਿੱਚ ਜਿਹੜਾ ਖੈਰ ਵਿਰੋਧ ਤਾਂ ਹੋ ਹੀ ਰਿਹਾ ਸੀਗਾ ਵੀ ਤੁਸੀਂ ਇਲੈਕਸ਼ਨ ਕਿਉਂ ਕਾਲ ਕੀਤੀ ਹੈ, ਪਰ ਜੋ ਇਸ ਵਾਰ ਵਿਰੋਧ ਦੇਖਣ ਨੂੰ ਮਿਲਿਆ ਉਹ ਬੜਾ ਘਟੀਆ ਪੱਧਰ ਦਾ ਵਿਰੋਧ ਦੇਖਣ ਨੂੰ ਮਿਲਿਆ। ਲਗਾਤਾਰ ਉਹਨਾਂ ਦੇ ਮੂੰਹ ਤੇ ਉਹਨਾਂ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਸੀ। ਈਵਨ ਆਪਣੇ ਇੱਧਰ ਕੈਂਬਰੇਜ ਸਾਈਡ ਤੇ ਤਾਂ ਉਹਨਾਂ ਤੇ ਜਿਹੜੀ ਗ੍ਰੈਵਲ ਸਿੱਟੀ ਗਈ, ਹਾਲਾਂਕਿ ਉਸ ਬੰਦੇ ਨੂੰ ਹੁਣ ਚਾਰਜ ਕਰ ਲਿਆ ਗਿਆ ਹੈ, ਪਰ ਕਦੀ ਵੀ ਇਸ ਤਰ੍ਹਾਂ ਦਾ ਵਿਰੋਧ ਪਿਛਲੀਆਂ ਇਲੈਕਸ਼ਨ ਦੇ ਵਿੱਚ ਦੇਖਣ ਨੂੰ ਨਹੀਂ ਮਿਲਿਆ। ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਜੀ ਮੈਂ ਕਈ ਚੀਜ਼ਾਂ ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਤੁਸੀਂ ਹਸਪੀਟਲ ਦੇ ਬਾਹਰ ਜਾ ਕੇ ਤੁਸੀਂ ਆਪਣਾ ਮੁਜ਼ਾਹਰਾ ਕਰ ਰਹੇ ਹੋ, ਡੈਮੋਨਸਟ੍ਰੇਟ ਕਰ ਰਹੇ ਹੋ, ਕੀ ਵਾਟ ਡੂ ਯੂ ਵਾਂਟ ਟੂ ਸ਼ੋ, ਤੁਸੀਂ ਕੀ ਸ਼ੋ ਕਰਨਾ ਚਾਹੁੰਦੇ ਹੋ? ਹਸਪੀਟਲ ਗਲਤ ਨੇ, ਕਿਸੇ ਦੀ ਜਾਨ ਬਚਾਉਣਾ ਗਲਤ ਹੈ, ਕਿ ਉਹ ਸਿਸਟਮ ਗਲਤ ਹੈ, ਤੁਸੀਂ ਆਪਣੇ ਨੂੰ ਕਿੱਥੇ ਦੇਖਦੇ ਹੋ, ਕਿੱਥੇ ਸਟੈਂਡ ਕਰਦੇ ਹੋ, ਪਹਿਲਾਂ ਇਹ ਤਾਂ ਦੇਖੋ ਨਾ, ਆਪਣੇ ਗਿਰਵਾਨ 'ਚ ਆਪਾਂ ਝਾਕ ਕੇ ਦੇਖੀਏ। ਸੋ ਠੀਕ ਹੈ, ਉਹਨਾਂ ਨੇ
ਉਹਨਾਂ ਦੀ ਇਹ ਗਲਤੀ ਸੀ। ਮੈਨੂੰ ਜੋ ਲੱਗਦਾ ਹੈਗਾ ਕਿ ਪੋਲੀਟੀਕਲੀ ਇਹ ਨਾਨ ਟਾਈਮਲੀ ਅਨਟਾਈਮਲੀ ਜਾਂ ਇਹ ਚੀਜ਼ ਜਿਹੜੀ ਉਹਨਾਂ ਦੇ ਇਲੈਕਸ਼ਨਸ ਕਾਲ ਕੀਤੀਆਂ ਸੀ, ਪਰ ਇੱਕ ਆਮ ਜਨਤਾ ਦਾ ਜੋ ਸਤਰ ਹੈ, ਜੋ ਉਹਨੂੰ ਡਿਮੋਨਸਟ੍ਰੇਟ ਕਰਨ ਦਾ ਸਤਰ ਹੈ, ਆਪਣੀ ਗੱਲ ਕਹਿਣ ਦਾ ਜਿਹੜਾ ਤਰੀਕਾ ਹੈ, ਉਹ ਬਿਲਕੁਲ ਗਿਰ ਚੁੱਕਿਆ ਹੈਗਾ ਮੈਨੂੰ ਜੋ ਲੱਗਦਾ ਹੈ। ਅਸੀਂ ਮੋਰਲੀ ਕਿਤੇ ਨਾ ਕਿਤੇ, ਐਥੀਕਲੀ ਕਿਤੇ ਨਾ ਕਿਤੇ ਅਸੀਂ ਡਿਟੀਰੀਓਰੇਟ ਹੋ ਰਹੇ ਹਾਂ, ਅਸੀਂ ਡਾਊਨਵਰਡਸ ਹੋ ਰਹੇ ਹਾਂ। ਪਹਿਲਾਂ ਇੱਕ ਰਿਸਪੈਕਟ ਹੁੰਦੀ ਸੀ, ਆਪਾਂ ਉਸ ਪ੍ਰਾਈਮ ਮਿਨਿਸਟਰ ਹੈ ਜਿਹੜੇ ਹੈ ਸਾਡੇ ਨੇ, ਉਹਨਾਂ ਦਾ ਕੋਈ ਰੁਤਬਾ ਹੈ, ਭਾਵੇਂ ਉਹ ਇੱਕ ਇਨਸਾਨ ਦਾ ਰੁਤਬਾ ਨਾ ਹੋਵੇ, ਉਸ ਚੇਅਰ ਦਾ ਰੁਤਬਾ ਤਾਂ ਹੈ ਹੀ ਹੈ ਨਾ, ਉਸ ਪੋਜੀਸ਼ਨ ਦਾ ਉਹਦਾ ਰੁਤਬਾ ਤਾਂ ਹੈ ਹੀ ਹੈ ਨਾ। ਬਿਲਕੁਲ ਉਹਨੂੰ ਜੋ ਅਸੀਂ ਪਾਵਰ ਦਿੱਤੀਆਂ ਗਈਆਂ ਨੇ ਸਾਨੂੰ ਲੀਡ ਕਰਨ ਦਾ, ਜੋ ਕੈਨੇਡਾ ਦਾ ਨਾਮ ਹੈ, ਟੌਪ 10 ਵਿੱਚ ਜੇ ਅਸੀਂ ਆਉਂਦੇ ਹਾਂ ਤਾਂ ਕਿਤੇ ਨਾ ਕਿਤੇ ਉਹਦਾ ਰਿਸਪੈਕਟ ਜੋ ਹੈ, ਉਹ ਚੇਅਰ ਦੀ ਰਿਸਪੈਕਟ ਤਾਂ ਹੈ ਹੀ ਹੈ। ਨਾਲੇ ਸਾਨੂੰ ਉਹ ਰਿਸਪੈਕਟ ਕਰਨੀ ਬਹੁਤ ਜ਼ਿਆਦਾ ਇੰਪੋਰਟੈਂਟ। ਨਾਲੇ ਹਰਕੀਰਤ ਜੀ, ਕੈਨੇਡਾ ਖਾਸ ਕਰਕੇ ਇਹਨਾਂ ਵੈਲਿਊਜ਼ ਲਈ ਵੀ ਮੰਨਿਆ ਜਾਂਦਾ ਵੀ ਇੱਥੇ ਸੱਭਿਅਕ ਲੋਕ ਨੇ, ਸੱਭਿਅਕ ਵੈਲਿਊਜ਼ ਨੇ, ਤੇ ਈਵਨ ਪੋਲਿਟਿਕਸ ਦੇ ਹਾਲਾਂਕਿ ਕਿਹਾ ਜਾਂਦਾ ਵੀ ਜਿਹੜੀ ਸਿਆਸਤ ਬੜੀ ਗੰਦੀ ਗੇਮ ਹੈ, ਪਰ ਇੱਥੇ ਇਸ ਤਰ੍ਹਾਂ ਦੀਆਂ ਚੀਜ਼ਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ। ਪਰ ਇਸ ਜਿਹੜੀ ਇਲੈਕਸ਼ਨ ਦੇ ਵਿੱਚ ਇਹ ਲਗਾਤਾਰ ਬੜਾ ਮੰਦਭਾਗੀ ਗੱਲ ਦੇਖਣ ਨੂੰ ਮਿਲੀ ਹੈ ਵੀ ਜਿਸ ਪੱਧਰ ਤੇ ਜਾ ਕੇ ਜਸਟਿਨ ਟਰੂਡੋ ਦਾ ਵਿਰੋਧ ਕੀਤਾ ਗਿਆ। ਦੇਖੋ ਜੀ, ਉਹ ਬਹੁਤ ਅਲੱਗ ਗੱਲ ਹੈ ਕਿ ਜਸਟਿਨ ਟਰੂਡੋ ਸਾਹਿਬ ਨੂੰ ਕਿਹੜੇ ਲੋਕਾਂ ਨੇ ਐਡਵਾਈਸ ਕੀਤਾ ਸੀ, ਉਹਨਾਂ ਦੇ ਐਡਵਾਈਜ਼ਰ ਕੌਣ ਨੇ, ਔਰ ਪੋਲੀਟੀਕਲੀ ਉਹ ਕਿੰਨੇ ਕੁ ਉਹਨੇ ਦੇਖਿਆ ਹੋਊਗਾ ਕਿ ਉਹਦਾ ਰਿਜ਼ਲਟ ਪੋਜ਼ਿਟਿਵ ਉਹਨਾਂ ਵਾਸਤੇ ਕੀ ਹੋਊਗਾ, ਨੈਗੇਟਿਵ ਕੀ ਹੋਊਗਾ। ਸਭ ਤੋਂ ਪਹਿਲਾਂ ਤਾਂ ਉਹ ਸੀ, ਉਹ ਕਿਤੇ ਨਾ ਕਿਤੇ ਮਿਸ ਕਰ ਗਏ ਉਹ ਪੁਆਇੰਟ ਨੂੰ ਵੀ ਇਸ ਟਾਈਮ ਤੇ ਅਸੀਂ ਉਹਨੂੰ ਜੋ ਐਡਵਾਈਜ਼ਰ, ਔਰ ਟਰੂਡੋ ਸਾਹਿਬ ਨੂੰ ਉਹਨੇ ਗੱਲ ਮੰਨੀ ਉਹਨਾਂ ਨੇ। ਸੋ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਕਿ ਤੁਹਾਡੇ ਐਡਵਾਈਜ਼ਰਸ ਕੌਣ, ਤੁਹਾਨੂੰ ਕੀ ਸਲਾਹ ਦੇ ਰਹੇ ਹਨ, ਖਾਸ ਕਰ ਪੋਲਿਟਿਕਸ ਵਿੱਚ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਹੈ। ਸਭ ਤੋਂ ਪਹਿਲਾਂ ਉਹ ਚੀਜ਼ ਗੱਲ ਹੈ। ਦੂਸਰੀ ਗੱਲ ਇਹ ਹੈ ਕਿ ਹੁਣ ਉਸ ਤੋਂ ਬਾਅਦ ਜੋ ਇਹਨਾਂ ਦੇ ਪਿੱਛੇ ਹੈ ਜਾਂ ਜੋ ਵੀ ਉਹਨਾਂ ਨੂੰ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈ, ਕਿਉਂਕਿ ਜਿਹੜਾ ਆਮ ਇਨਸਾਨ ਹੈ, ਆਮ ਜਿਹੜੀ ਪਬਲਿਕ ਹੈ, ਉਹ ਕਦੇ ਵੀ ਜਾ ਕੇ ਇੰਨਾ ਨੀਚੇ ਗਿਰ ਕੇ ਕੋਈ ਗੱਲ ਨਹੀਂ ਕਰੇਗੀ। ਬਿਲਕੁਲ। ਸੋ ਦੇਅਰ ਇਜ਼ ਸਮਥਿੰਗ, ਜਿਹਨੂੰ ਆਪਾਂ ਕਹਿ ਲਈਏ ਕਿ ਕੋਈ ਨਾ ਕੋਈ ਉਹਦਾ ਮੋਟਿਵ ਹੁੰਦਾ ਹੈਗਾ। ਤੁਸੀਂ ਜਾ ਕੇ ਤੁਸੀਂ ਆਪਣੀਆਂ ਚਿੱਠੀਆਂ ਲਿਖ ਸਕਦੇ ਹੋ, ਤੁਸੀਂ ਆਪਣੇ ਹੋਰ ਤਰੀਕੇ ਨਾਲ ਸਾਇਲੈਂਟ ਮੁਜ਼ਾਹਰਾ ਕਿਤੇ ਮਰਜ਼ੀ ਕਰ ਸਕਦੇ ਹੋ, ਪਰ ਤੁਸੀਂ ਕਿਸੇ ਨੂੰ ਜਾ ਕੇ ਕਿਸ ਪੋਜੀਸ਼ਨ 'ਤੇ ਜਾ ਕੇ ਇੱਦਾਂ ਗੱਲ ਕਰੋ, ਦੈਟ ਇਜ਼ ਅ ਵੈਰੀ ਅਨਐਥੀਕਲ ਥਿੰਗ, ਦੈਟ ਇਜ਼ ਵੈਰੀ ਰੋਂਗ ਥਿੰਗ। ਸੋ ਇਹ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਇਹ ਗੱਲ ਜਿਹੜੀ ਹੈਗੀ ਹੈ ਕਿ ਜਿਹੜਾ ਸਾਡਾ ਸੋਸ਼ਲ ਸਟਰਕਚਰ ਹੈ, ਕਿਤੇ ਨਾ ਕਿਤੇ ਸਾਡਾ ਸੋਸ਼ਲ ਜਿਹੜਾ ਸਾਡਾ ਮੈਂਟਲ ਲੈਵਲ ਹੈ, ਉਹ ਅਸੀਂ ਆਪਣੇ ਆਪ ਨੂੰ ਖੋ ਚੁੱਕੇ ਹੈਗੇ ਹਾਂ। ਔਰ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਹੈਗਾ ਇਸ ਮੌਕੇ ਦੇ ਉੱਪਰ ਕਿ ਅਸੀਂ ਕੀ ਕਹਿਣਾ ਚਾਹੁੰਦੇ ਹਾਂ, ਉਹਨੂੰ ਕਹੀਏ ਕਿੱਦਾਂ। ਅੱਛਾ ਹਰਕੀਰਤ ਜੀ, ਕਿਉਂਕਿ 2 ਡਿਬੇਟਸ ਹੋ ਚੁੱਕੀਆਂ ਨੇ, ਹੁਣ ਇਸ ਤੋਂ ਇਲਾਵਾ ਕੋਈ ਡਿਬੇਟ ਹੋਣੀ ਨਹੀਂ ਗੀ, ਪਰ ਜੋ ਬਹੁਤ ਸਾਰੇ ਜੋ ਮੁੱਦੇ ਉੱਭਰ ਕੇ ਆਏ ਨੇ ਉਹਨਾਂ ਦੇ ਵਿੱਚ ਇਸ ਵਾਰ ਜਿਹੜਾ ਇਮੀਗ੍ਰੇਸ਼ਨ ਦਾ ਮੁੱਦਾ ਉਹ ਬੜਾ ਵਿੱਚੋਂ ਮਾਈਨਸ ਰਿਹਾ, ਦੇਖਣ ਨੂੰ ਕਿਤੇ ਨਹੀਂ ਮਿਲਿਆ ਵੀ ਕਿਤੇ ਵੀ ਲੀਡਰ ਨੇ ਜਾ ਕੇ ਇਮੀਗ੍ਰੇਸ਼ਨ ਦੇ ਸੰਬੰਧ ਦੇ ਵਿੱਚ ਗੱਲਬਾਤ ਕੀਤੀ ਹੋਵੇ। ਹਾਲਾਂਕਿ ਪਿਛਲੀਆਂ ਚੋਣਾਂ ਦੇ ਵਿੱਚ ਲਗਾਤਾਰ ਇਮੀਗ੍ਰੇਸ਼ਨ ਦਾ ਮੁੱਦਾ ਉੱਭਰ ਕੇ ਸਾਹਮਣੇ ਆਉਂਦਾ ਰਿਹਾ ਹੈ। ਸੋ ਤੁਹਾਨੂੰ ਕਿਵੇਂ ਲੱਗਦਾ ਹੈ, ਕਿਉਂਕਿ ਤੁਸੀਂ ਵੀ ਇਸ ਦੇ ਨਾਲ ਸੰਬੰਧਿਤ ਹੋ, ਵੀ ਕੀ ਕਾਰਨ ਹੈ ਵੀ ਇਸ ਵਾਰ ਇਮੀਗ੍ਰੇਸ਼ਨ ਇੰਨਾ ਉੱਭਰ ਕੇ ਨਹੀਂ ਆਇਆ ਇਹਨਾਂ ਇਲੈਕਸ਼ਨ ਦੇ ਵਿੱਚ? ਸਮਝਿਏ ਇਸ ਕਰਕੇ ਕਿਉਂਕਿ ਪਿਛਲੇ 1.5 ਸਾਲ ਤੋਂ ਜਦ ਤੋਂ ਪੈਂਡੇਮਿਕ ਸ਼ੁਰੂ ਹੋਇਆ ਹੈ, ਉਸ ਟਾਈਮ ਕੀ ਹੋਇਆ ਸੀ ਕਿ ਉਸ ਤੋਂ ਬਾਅਦ ਕੋਈ ਵੀ ਫੋਰਨ ਵਰਕਰਸ ਨੂੰ ਜਾਂ ਜਿਹੜਾ ਵੀ ਬਾਹਰੋਂ ਕੋਈ ਵੀ ਇਮੀਗ੍ਰੈਂਟ ਨਹੀਂ ਆਇਆ ਹੈ। ਸੋ ਇਸ ਕਰਕੇ ਸਰਕਾਰ ਜਾਂ ਆਮ ਜਨਤਾ ਨੂੰ ਹਜੇ ਪਤਾ ਹੀ ਨਹੀਂ ਹੈ ਕਿ ਆਉਣ ਵਾਲੀਆਂ ਪਾਲਿਸੀਜ਼ ਕੀ ਹੋਣਗੀਆਂ, ਕਿ ਜਦ ਇਮੀਗ੍ਰੇਸ਼ਨ ਬਾਹਰੋਂ ਸ਼ੁਰੂ ਹੋਏਗੀ ਤਾਂ ਇਸ ਕਰਕੇ ਆਮ ਜਨਤਾ ਨੂੰ ਜਿਹੜੀ ਚੀਜ਼ਾਂ ਨੂੰ ਪਤਾ ਨਹੀਂ, ਉਹ ਤੇ ਉਹ ਗੱਲ ਵੀ ਨਹੀਂ ਕਰਨਾ ਚਾਹੁੰਦੇ ਹੈ। ਠੀਕ ਹੈ। ਸੋ ਜਦੋਂ ਨਾ ਕੋਈ ਆਇਆ ਹੀ ਨਹੀਂ, ਕੋਈ ਗਿਆ ਨਹੀਂ ਹੈਗਾ, ਸੋ ਦੇਰ ਸਾਰਾ ਕੁਝ ਉਹ ਚੀਜ਼ ਨੂੰ ਕੋਈ ਹੈ ਹੀ ਨਹੀਂ ਸੀ ਕੋਈ ਮੁੱਦਾ, ਇਸ ਕਰਕੇ ਉਹਨਾਂ ਨੇ ਜ਼ਿਆਦਾ ਗੱਲ ਨਹੀਂ ਕੀਤੀ ਹੈਗੀ। ਸੋ ਇਹੀ ਇਹ ਮੁੱਦਾ ਜਦੋਂ ਹੁਣ ਸ਼ੁਰੂ ਹੋਣਗੇ ਅਗਲੇ ਸਾਲ ਤੱਕ ਜਾਂ 3-4 ਮਹੀਨੇ ਬਾਅਦ ਜਦ ਆਵਾਜਾਈ ਹੋਏਗੀ, ਆਉਣਾ ਜਾਣਾ ਸ਼ੁਰੂ ਹੋਣਗੇ, ਤਦ ਉਸ ਚੀਜ਼ ਦਾ ਮੁੱਦਾ ਆਉਣਗੇ। ਇਸ ਕਰਕੇ ਨਹੀਂ ਹੋਇਆ। ਬਿਲਕੁਲ। ਹਰਕੀਰਤ ਜੀ, ਅੱਜ ਦੀ ਚਰਚਾ ਵਿੱਚ ਸ਼ਾਮਲ ਹੋਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸਿਮਰਤ ਜੀ। ਤੁਸੀਂ ਦੇਖ ਰਹੇ ਸੀ ਸਟਾਰ ਟਾਕ। ਅਗਲੇ ਹਫ਼ਤੇ ਫਿਰ ਤੁਹਾਡੇ ਲਈ ਇੱਕ ਨਵਾਂ ਸ਼ੋਅ ਲੈ ਕੇ ਹਾਜ਼ਰ ਹੋਵਾਂਗੇ। 20 ਸਤੰਬਰ ਨੂੰ ਵੋਟਾਂ ਪੈਣੀਆਂ ਨੇ, ਪਰ ਆਪਣੇ ਵੋਟ ਦਾ ਅਧਿਕਾਰ ਤੁਸੀਂ ਜ਼ਰੂਰ ਇਸਤੇਮਾਲ ਕਰਿਓ, ਵੋਟ ਜ਼ਰੂਰ ਪਾਇਓ, ਕਿਸੇ ਨੂੰ ਵੀ ਪਾਇਓ ਪਰ ਵੋਟ ਜ਼ਰੂਰ ਪਾਇਓ। ਅਗਲੇ ਹਫ਼ਤੇ ਫਿਰ ਮਿਲਾਂਗੇ। ਧੰਨਵਾਦ।